ਜਿਹੜੇ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਅਸੀਂ ਉੱਥੇ ਮੌਜੂਦ ਨਹੀਂ ਸੀ, ਉਹਨਾਂ ਨੂੰ ਥੋੜਾ ਜਿਹਾ ਕਹਿਣਾ ਪੈ ਗਿਆ ਕਿ ਗੱਡੀ ਤਾਂ ਮੇਰੀ ਸੀ। ਇਹ ਪ੍ਰਿਯੰਕਾ ਗਾਂਧੀ ਨੇ ਹੀ ਇਸ ਨੂੰ ਅੱਗੇ ਤੋਰਿਆ। ਹੁਣ ਜੇ ਇਸ ਨੂੰ ਸਿਆਸੀ ਸੰਦਰਭ ਤੋਂ ਵੇਖੇ ਤੇ ਫਿਰ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ, ਉਸ ਦੇ ਵਿੱਚ ਰਾਹੁਲ ਗਾਂਧੀ ਆਪਣੇ ਪਿਤਾ ਪੁਰਖੀ ਸੀਟ, ਪਰਿਵਾਰ ਪੁਰਖੀ ਸੀਟ, ਉਹਨੂੰ ਜਿਵੇਂ ਮਰਜ਼ੀ ਆਖ ਲਓ, ਉੱਥੋਂ ਹਾਰ ਗਏ ਸੀ। ਇੰਨੀਆਂ ਲੋਕ ਸਭਾ ਸੀਟਾਂ ਨੇ ਯੂਪੀ ਦੀਆਂ, ਤੇ ਕਾਂਗਰਸ ਕੋਲ ਕਿੰਨੀਆਂ ਨੇ? 7। ਉਸਨੇ ਕਹਿੰਦੇ ਨੇ ਕਿ ਅਖਿਲੇਸ਼ ਯਾਦਵ ਤੇ ਮਾਇਆਵਤੀ ਦੀ ਜਗ੍ਹਾ ਲੈ ਲਈ ਹੈ, ਕਿਉਂਕਿ ਉਹ ਇਸ ਲਖੀਮਪੁਰ ਮਾਮਲੇ ਦੇ ਵਿੱਚ ਬਹੁਤ ਠੰਡੇ ਨਜ਼ਰ ਆਏ ਨੇ। ਪ੍ਰਸ਼ਾਂਤ ਕਿਸ਼ੋਰ ਪੰਜਾਬ ਦੀ ਇਲੈਕਸ਼ਨ ਜਿੱਤ ਕੇ ਝੋਲੀ ਪਾ ਦਿੰਦੇ ਨੇ ਕਾਂਗਰਸ ਦੀ, ਤੇ ਯੂਪੀ ਵਾਲੀ ਹਾਰ ਜਾਂਦੇ ਨੇ। ਪ੍ਰਸ਼ਾਂਤ ਕਿਸ਼ੋਰ ਦਾ ਇਹ ਕਹਿਣਾ ਕਿ ਜੜ੍ਹਾਂ ਤੱਕ ਸਮੱਸਿਆ ਹੈ ਕਾਂਗਰਸ ਦੇ ਵਿੱਚ। ਜੇ ਜਾਂਚ ਚੱਲ ਰਹੀ ਹੈ ਆਸ਼ੀਸ਼ ਦੀ, ਤੇ ਉਸ ਵਿੱਚੋਂ ਇਦਾਂ ਦੇ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਹੜੇ ਹੈਰਾਨਜਨਕ ਨੇ, ਤੇ ਜਿਹਨਾਂ ਤੋਂ ਸਾਬਤ ਹੋ ਸਕਦਾ ਹੈ ਕਿ ਉਹ ਗੁਨਾਹਗਾਰ ਹੈ। ਭਾਜਪਾ ਦੀ ਸਾਡੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਗਈ ਹੈ ਵਿਦੇਸ਼, ਉੱਥੇ ਉਹਨਾਂ ਨੂੰ ਸਵਾਲ ਹੋਏ ਫਿਰ ਕੁਛ। ਜੇ ਨਵਜੋਤ ਸਿੰਘ ਸਿੱਧੂ ਨਾਂ ਦਾ ਸ਼ਖਸ ਪੰਜਾਬ ਵਿੱਚ ਮੌਜੂਦ ਨਾ ਹੁੰਦਾ ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਨੂੰ ਜਾਂ ਕੁਰਸੀ ਨੂੰ ਕਿਸੇ ਪਾਸਿਓਂ ਹੱਥ ਵੀ ਪਾ ਸਕਦੇ। ਜੇ ਇੰਨਾ ਹੀ ਉਹ ਗੈਰ ਜ਼ਰੂਰੀ ਸ਼ਖਸ ਹੈ ਤੇ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਛੱਡ ਕਿਉਂ ਨਹੀਂ ਦਿੰਦੀ? ਪਰ ਇੱਥੇ ਤਾਂ ਮੁਫਤ ਵਾਲੀ ਖੇਡ ਖੇਡੀ ਜਾ ਰਹੀ ਹੈ ਪੰਜਾਬ 'ਚ। 200 ਮਾਫ, 300 ਮਾਫ, 400 ਮਾਫ, ਫ੍ਰੀ ਦੇ ਦਾਣੇ, ਰੋਜ਼ਗਾਰ ਦੀ ਗੱਲ ਕੋਈ ਨਹੀਂ। ਪਰਸੋਂ ਤੱਕ ਤੇ ਕੋਲਾ ਮੰਤਰੀ ਕਹਿ ਰਹੇ ਸੀ ਕਿ ਨਾ ਘਾਟ ਹੈ ਨਾ ਸੀ, ਘਾਟ ਤੇ ਹੈ। ਪਹਿਲਾਂ ਕੋਲਾ ਭਾਰਤ ਜ਼ਿਆਦਾ ਬਾਹਰੋਂ ਮੰਗਵਾਇਆ ਕਰਦਾ ਸੀ, ਹੁਣ ਤਕਰੀਬਨ ਟੋਟਲ ਡਿਪੈਂਡੈਂਸੀ ਜਿਹੜੀ ਹੈ ਉਹ ਸਾਡੇ ਸਥਾਨਕ ਕੋਲੇ ਤੇ ਹੈ। ਮਿਲਣ ਆਇਆ ਵਿਅਕਤੀ ਉਹਨਾਂ ਨੂੰ ਇਹ ਕਹਿੰਦਾ ਕਿ ਦੇਖ ਭਾਈ, ਮੈਂ ਵੀ ਚਾਹੁੰਦਾ ਕਿ ਭਾਰਤ ਆਜ਼ਾਦ ਹੋਵੇ, ਪਰ ਤੇਰਾ ਜਿਹੜਾ ਤਰੀਕਾ ਹੈ ਨਾ ਥੋੜ੍ਹਾ ਜਿਹਾ ਉਹ ਗਰਮ ਹੈ, ਤੇ ਤੂੰ ਹਿਸਾਬ ਨਾਲ ਚੱਲ। ਮੈਂ ਸੱਤਿਆਗ੍ਰਹਿ ਚਲਾਉਣਾ ਚਾਹੁੰਦਾ ਤੇ ਮੇਰੀ ਮਦਦ ਕਰ। ਉਹ ਵਿਅਕਤੀ ਕੌਣ ਸੀ? ਮੋਹਨਦਾਸ ਕਰਮਚੰਦ ਗਾਂਧੀ। ਤੇ ਫਿਰ ਸਾਵਰਕਰ ਉਹਨਾਂ ਨੂੰ ਕਹਿੰਦੇ ਨੇ ਕਿ ਆਓ ਖਾਣਾ ਖਾਈਏ, ਤੇ ਗਾਂਧੀ ਨੇ ਜਵਾਬ ਦਿੱਤਾ ਕਿ ਮੈਂ ਨੌਨ ਵੈਜ ਨਹੀਂ ਖਾਂਦਾ। ਤੇ ਉਹਨਾਂ ਨੇ ਕਿਹਾ ਕਿ ਨੌਨ ਵੈਜ ਖਾਂਦੇ ਨਹੀਂ ਤੇ ਲੜਨਾ ਤੁਸੀਂ ਅੰਗਰੇਜ਼ਾਂ ਨਾਲ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸਿਆਸਤ ਇੰਨੀ ਮਤਲਬੀ ਤੇ ਸਵਾਰਥੀ ਹੁੰਦੀ ਹੈ ਕਿ ਕਿਸੇ ਦੇ ਬਲ ਦੇ ਸਿਵੇ ਤੋਂ ਵੀ ਸਿਆਸਤਦਾਨ ਆਪਣਾ ਲਾਹਾ ਲੈ ਜਾਂਦੇ ਨੇ। ਜੇ ਗੱਲ ਲਖੀਮਪੁਰ ਖੀਰੀ ਘਟਨਾ ਦੀ ਕਰੀਏ ਤੇ ਉੱਥੇ ਹਰ ਘਾਗ ਸਿਆਸਤਦਾਨ ਨੇ ਯੂਪੀ ਵੱਲ ਨੂੰ ਰੁਖ ਕੀਤਾ ਤੇ ਹਰ ਸਿਆਸਤਦਾਨ ਨੇ ਉੱਥੇ ਜਾ ਕੇ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕੀਤੀ। ਪਰ ਅੱਜ ਦੇ ਪ੍ਰੋਗਰਾਮ 'ਚ ਗੱਲ ਸਿਰਫ ਪ੍ਰਿਯੰਕਾ ਗਾਂਧੀ ਵਾਡਰਾ ਦੀ ਕਰਾਂਗੇ, ਜਿਹੜੇ ਉਸ ਦਿਨ ਤੋਂ ਯੂਪੀ ਦੇ ਵਿੱਚ ਜਾ ਕੇ ਡੇਰਾ ਲਾ ਕੇ ਬੈਠੇ ਹੋਏ ਨੇ ਜਦੋਂ ਤੋਂ ਐਤਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਵਾਪਰਦੀ ਹੈ। ਇਸ ਤੋਂ ਇਲਾਵਾ ਕੋਲੇ ਦੀ ਘਾਟ ਹੈ ਮੁਲਕ ਦੇ ਵਿੱਚ, ਬਿਜਲੀ ਦਾ ਸੰਕਟ ਹੈ, ਕੀ ਸਰਕਾਰ ਸੰਕਟ ਮੋਚਨ ਬਣੇਗੀ? ਗੱਲ ਪੰਜਾਬ ਦੀ ਸਿਆਸਤ ਦੀ ਵੀ ਕਰਾਂਗੇ। 28 ਸਤੰਬਰ ਜਿਸ ਦਿਨ ਨੂੰ ਸਿੱਧੂ ਸਾਹਿਬ ਅਸਤੀਫਾ ਦਿੰਦੇ ਨੇ, ਉਸ ਦਿਨ ਤੋਂ ਲੈ ਕੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਬੜਾ ਭੰਬਲ ਭੂਸਾ ਜਿਹਾ ਬਣਿਆ ਹੋਇਆ ਆ। ਕਦੇ ਨਵੇਂ ਪ੍ਰਧਾਨ ਦੀ ਗੱਲ ਚੱਲਦੀ ਹੈ ਤੇ ਕਦੇ ਹਾਈ ਕਮਾਂਡ ਕਹਿੰਦੀ ਹੈ ਕਿ ਸਿੱਧੂ ਸਾਹਿਬ ਹੀ ਪ੍ਰਧਾਨ ਰਹਿਣਗੇ। ਇਹ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਜੀ ਹੀਰ ਕੋਲੋਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਗੱਲ ਕੀਤੀ ਪ੍ਰਿਯੰਕਾ ਗਾਂਧੀ ਵਾਡਰਾ ਦੀ, ਜਿਹੜੇ ਕਿ ਪਹਿਲੇ ਦਿਨ ਤੋਂ ਹੀ ਯੂਪੀ 'ਚ ਡੇਰਾ ਲਾ ਕੇ ਬੈਠੇ ਨੇ ਤੇ ਕਿਸਾਨਾਂ ਦੀ ਅੰਤਿਮ ਅਰਦਾਸ ਤੱਕ ਵੀ ਉਹਨਾਂ ਨੂੰ ਉੱਥੇ ਦੇਖਿਆ ਗਿਆ। ਕਿਸ ਤਰ੍ਹਾਂ ਦਾ ਸਿਆਸੀ ਲਾਹਾ ਖੱਟਣ ਦੀ ਉਹ ਕੋਸ਼ਿਸ਼ ਕਰ ਰਹੇ ਨੇ? ਕੁਝ ਹੱਥ ਪੱਲੇ ਲੱਗੇਗਾ ਇਹਨਾਂ ਦੇ? ਇੱਕ ਤਾਂ ਇਹ ਗੱਲ ਆ ਸਵਲੀਨ ਕਿ ਮੈਂ ਕਰਨੀ ਚਾਹੁੰਦਾ ਕਿ ਇਸ ਨੂੰ ਲਖੀਮਪੁਰ ਹਿੰਸਾ ਦਾ ਨਾਮ ਦੇ ਦਿੱਤਾ ਗਿਆ। ਅਸੀਂ ਵੀ ਗਲਤੀ ਨਾਲ ਕਹਿ ਲਓ, ਗਾਹੇ ਬਗਾਹੇ ਅਸੀਂ ਹਿੰਸਾ ਲਫ਼ਜ਼ ਵਰਤ ਰਹੇ ਹਾਂ ਜੀ। ਹਿੰਸਾ ਕਿਵੇਂ ਹੋਈ ਆ? ਹਿੰਸਾ ਇਸ ਤਰ੍ਹਾਂ ਨਹੀਂ ਹੁੰਦੀ ਕਿ ਇੱਕ ਵਾਰੀ ਕੋਈ ਝਗੜਾ ਹੋ ਕੇ ਹਟ ਜਾਵੇ ਜੀ। ਹਿੰਸਾ ਤੇ ਲੰਬੀ ਚੱਲਦੀ ਹੈ, ਅਸੀਂ ਦੇਖੀ ਹੋਈ ਹੈ। ਜਿਵੇਂ 84 ਦੇ ਕਤਲੇਆਮ ਨੂੰ ਦੰਗਿਆਂ ਦਾ ਨਾਮ ਦੇ ਦਿੱਤਾ ਗਿਆ ਜੀ, ਤੇ ਅੱਜ ਤੱਕ ਪੰਜਾਬੀਆਂ ਤੋਂ ਬਿਨਾਂ ਜਾਂ ਇੱਕ ਦੋ ਹੋਰ ਆਊਟਲੈਟਸ ਤੋਂ ਬਿਨਾਂ ਸਾਰੇ ਉਸ ਨੂੰ ਦੰਗੇ ਹੀ ਆਖ ਰਹੇ ਨੇ। ਦੁਨੀਆ ਨੂੰ ਇਹ ਦੱਸਿਆ ਗਿਆ ਕਿ ਸਾਡੀ ਰਾਜਧਾਨੀ ਕੈਪੀਟਲ ਦੇ ਵਿੱਚ ਦੰਗੇ ਹੋਏ ਨੇ। ਬਿਲਕੁਲ, ਮੁਜ਼ੱਫਰਨਗਰ 'ਚ ਵੀ ਇਸੇ ਤਰ੍ਹਾਂ ਹੋਇਆ। ਹੋਰ ਜਿੱਥੇ ਜਿੱਥੇ ਵੀ ਹੋਇਆ, ਇਸ ਤਰ੍ਹਾਂ ਇੱਕ ਕਾਮਨ ਜਿਹਾ ਨਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਕੋਈ ਬਹੁਤੀ ਗੱਲ ਕਲੀਅਰ ਨਾ ਹੋ ਸਕੇ ਜੀ। ਘਟਨਾ ਹੈ, ਕਤਲੇਆਮ ਕਹਿ ਸਕਦੇ ਹਾਂ। ਕਤਲੇਆਮ ਜਿਹੜਾ ਆਮ ਜਗ੍ਹਾ ਤੇ ਕਿਸੇ ਦਾ ਕਤਲ ਹੋ ਜਾਣਾ, ਉਹ ਕਤਲੇਆਮ ਹੈ। ਹੁਣ ਚਿੱਟੇ ਦਿਨ ਗੱਡੀ ਚਾੜ੍ਹ ਦਿੱਤੀ ਗਈ ਕਿਸਾਨਾਂ ਤੇ, ਉਹ ਹੋਇਆ, ਸਾਰਾ ਕੁਝ ਵੇਖਿਆ ਜੀ, ਸਭ ਨੇ ਵੇਖਿਆ। ਅਜੇ ਤੱਕ ਜੋ ਜਾਂਚ ਏਜੰਸੀਆਂ ਉਹ ਇਸ ਨੂੰ ਕਿਸ ਪੱਖ ਤੋਂ ਵੇਖ ਰਹੀਆਂ ਨੇ ਤੇ ਕਿਹੜੀ ਅੱਖ ਨਾਲ ਵੇਖ ਰਹੀਆਂ ਨੇ, ਇਹਦਾ ਅਜੇ ਰਿਜ਼ਲਟ ਆਉਣਾ ਬਾਕੀ ਹੈ ਜੀ। ਹੁਣ ਗੱਲ ਕੀਤੀ ਹੈ ਤੁਸੀਂ ਪ੍ਰਿਯੰਕਾ ਦੀ ਜੀ। ਜ਼ਾਹਰਾ ਤੌਰ ਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਜੇ ਕਿਸੇ ਨੇ ਅਗਾਂਹ ਹੋ ਕੇ, ਨੇੜੇ ਹੋ ਕੇ ਇਸ ਘਟਨਾ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਹੈ ਜੀ,
ਜਾਂ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਜਾਂ ਉਸ ਵਿੱਚੋਂ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਨਾਮ ਹੈ ਪ੍ਰਿਯੰਕਾ ਗਾਂਧੀ ਦਾ ਜੀ ਪ੍ਰਿਯੰਕਾ ਵਾਡਰਾ ਗਾਂਧੀ ਕਹ ਲਓ। ਪ੍ਰਿਯੰਕਾ ਜਿਸ ਦਿਨ ਇਹ ਘਟਨਾ ਵਾਪਰਦੀ ਆ ਉਸੇ ਰਾਤ ਉਧਰ ਨੂੰ ਚਾਲੇ ਪਾ ਦਿੰਦੀ ਹੈ। ਬਾਰਡਰ ਤੇ ਉਸ ਦੀ ਪੁਲਿਸ ਦੇ ਨਾਲ ਬਹਿਸ ਹੁੰਦੀ ਹੈ ਤੇ ਫਿਰ ਉਸ ਨੂੰ ਗਾਂਹ ਜਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਹ ਵਾਇਰਲ ਹੋ ਜਾਂਦੀਆਂ ਉਸੇ ਦਿਨ ਘਟਨਾਵਾਂ ਤੇ ਫਿਰ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਣ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦੇ ਕੋਲ ਸੀਤਾਪੁਰ ਦੇ ਗੈਸਟ ਹਾਊਸ ਦੇ ਵਿੱਚ ਰੈਸਟ ਹਾਊਸ ਦੇ ਵਿੱਚ ਪਹੁੰਚਦੀ ਹੈ ਜੀ ਜਿੱਥੇ ਉਸ ਦੀ ਪਹਿਲਾਂ ਫੋਟੋ ਤੇ ਇਹ ਆਉਂਦੀ ਹੈ ਕਿ ਪ੍ਰਿਯੰਕਾ ਗਾਂਧੀ ਆਪਣਾ ਕਮਰਾ ਸਾਫ਼ ਕਰ ਰਹੀ ਹੈ। ਬਿਲਕੁਲ ਝਾੜੂ ਦੇ ਕੇ ਉਸ ਨੂੰ ਸਾਫ਼ ਕਰ ਰਹੀ ਹੈ। ਉੱਥੇ ਕਾਫੀ ਘੰਟੇ ਉਹ ਕੈਦ ਰਹੀ ਹੈ, ਕਈ ਦਿਨ ਕੈਦ ਰਹੀ ਹੈ ਤੇ ਉਸ ਦਾ ਜਿਹੜਾ ਬਾਹਰੀ ਦੁਨੀਆ ਨਾਲ ਨਾਤਾ ਸੀ ਉਹ ਕੱਟਿਆ ਨਹੀਂ ਗਿਆ। ਉਸ ਦੀਆਂ ਫੋਟੋਆਂ ਵੀ ਆ ਰਹੀਆਂ ਸੀ, ਉਹ ਵੀਡੀਓ ਵੀ ਸ਼ੇਅਰ ਕਰ ਰਹੀ ਸੀ। ਫਿਰ ਉਹ ਖੁਦ ਇੱਕ ਵੀਡੀਓ ਸ਼ੇਅਰ ਕਰਦੀ ਕਿ ਆਹ ਦੇਖੋ ਇਹ ਸਬੂਤ ਹੈ ਕਿ ਕਿਵੇਂ ਗੱਡੀ ਚੜਾਈ ਗਈ ਹੈ ਸ਼ਾਂਤਮਈ ਜਾ ਰਹੇ ਕਿਸਾਨਾਂ ਤੇ ਆਹ ਗੱਡੀ ਆ, ਇਸ ਦੇ ਮੋਹਰੇ ਆ ਗੱਡੀ ਸੀ, ਪਿੱਛੇ ਆ ਗੱਡੀ ਸੀ ਤੇ ਆਹ ਲੋਕ ਬੈਠੇ ਹੋਏ ਸੀ, ਦੇਖੇ ਜਾ ਸਕਦੇ ਨੇ। ਉਸ ਘਟਨਾ ਤੋਂ ਬਾਅਦ ਟੋਟਲੀ ਸਾਰਾ ਜਿਹੜਾ ਘਟਨਾਕ੍ਰਮ ਹੈ ਬਦਲ ਜਾਂਦਾ ਹੈ। ਉਸ ਵੀਡੀਓ ਤੋਂ ਬਾਅਦ ਪਹਿਲਾਂ ਕੁਝ ਗੱਲਾਂ ਹੋਰ ਸਨ, ਜਿਹੜੇ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਅਸੀਂ ਉੱਥੇ ਮੌਜੂਦ ਨਹੀਂ ਸੀ, ਉਹਨਾਂ ਨੂੰ ਥੋੜਾ ਜਿਹਾ ਕਹਿਣਾ ਪੈ ਗਿਆ ਕਿ ਗੱਡੀ ਤਾਂ ਮੇਰੀ ਸੀ। ਇਹ ਪ੍ਰਿਯੰਕਾ ਗਾਂਧੀ ਨੇ ਹੀ ਇਸ ਨੂੰ ਅੱਗੇ ਤੋਰਿਆ। ਪ੍ਰਿਯੰਕਾ ਗਾਂਧੀ ਦੇ ਕੋਲੋਂ ਉਹ ਵੀਡੀਓ ਨਿਕਲੀ ਹੈ ਤੇ ਫਿਰ ਇੰਨੀ ਛੇਤੀ ਅੱਗੇ ਤੱਕ ਪਹੁੰਚੀ। ਇਹ ਨਹੀਂ ਮੈਂ ਕਹਿੰਦਾ ਕਿ ਪਹੁੰਚਣੀ ਨਹੀਂ ਸੀ, ਪਰ ਉੱਥੋਂ ਆਈ ਤੇ ਜ਼ਰਾ ਤੇਜ਼ ਹੋ ਗਈ। ਬਿਲਕੁਲ ਹੋਰ ਗੱਲਾਂ ਦੇ ਵਿੱਚ ਵੀ ਪ੍ਰਿਯੰਕਾ ਗਾਂਧੀ ਜਦੋਂ ਉਹਨੂੰ ਇਜਾਜ਼ਤ ਮਿਲਦੀ ਹੈ ਰਾਹੁਲ ਨੇ ਤੇ ਪ੍ਰਿਯੰਕਾ ਨੂੰ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਜਾ ਨਹੀਂ ਸਕਦੇ, ਰੋਕ ਦਿੱਤਾ ਜਾਂਦਾ। ਫਿਰ ਉਹਨਾਂ ਦੇ ਨਾਲ ਛੋਟਾ ਜਿਹਾ ਵਫਦ ਹੈ, ਉਹ ਜਾਂਦੇ ਨੇ, ਉਹ ਪਰਿਵਾਰਾਂ ਦੇ ਵਿੱਚ ਮਿਲਦੇ ਨੇ। ਇੱਕ ਨੌਜਵਾਨ ਕਿਸਾਨ ਜਿਹੜਾ ਸੀ ਮਾਰਿਆ ਗਿਆ, ਉਹਦੇ ਘਰ ਵਿੱਚ ਜਾ ਕੇ ਮੈਂਬਰਾਂ ਨੂੰ ਗਲੇ ਮਿਲਦੇ ਨੇ, ਪ੍ਰਿਯੰਕਾ ਗਾਂਧੀ ਵੀ ਮਿਲਦੇ ਨੇ। ਉਹ ਇੱਕ ਅਪਣਤ ਭਾਵਨਾਤਮਕ ਰਿਸ਼ਤਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਹ ਸਾਰਿਆਂ ਨੇ ਵੇਖੀ ਹੈ। ਪਰਿਵਾਰ ਨੂੰ ਘੁੱਟ ਕੇ ਜੱਫੀਆਂ ਪਾਈਆਂ ਨੇ, ਖਾਣਾ ਵੀ ਖਾਧਾ ਹੈ, ਉੱਥੇ ਰਹੇ ਨੇ। ਹੁਣ ਇਹ ਸਿਆਸੀ ਜ਼ਮੀਨ, ਇਹਨੂੰ ਕਹਿ ਲਓ ਕਿ ਸਿਆਸੀ ਜ਼ਮੀਨ ਉਹ ਤਲਾਸ਼ ਰਹੇ ਨੇ ਜਾਂ ਜਿਵੇਂ ਮਰਜ਼ੀ ਤੁਸੀਂ ਇਸ ਨੂੰ ਵੇਖ ਲਓ। ਹੁਣ ਜੇ ਇਸ ਨੂੰ ਸਿਆਸੀ ਸੰਦਰਭ ਤੋਂ ਵੇਖੇ ਤੇ ਫਿਰ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਰਾਹੁਲ ਗਾਂਧੀ ਆਪਣੇ ਪਿਤਾ ਪੁਰਖੀ ਸੀਟ, ਪਰਿਵਾਰ ਪੁਰਖੀ ਸੀਟ, ਉਹਨੂੰ ਜਿਵੇਂ ਮਰਜ਼ੀ ਆਖ ਲਓ, ਉੱਥੋਂ ਹਾਰ ਗਏ ਸੀ ਤੇ ਉਹ ਤੋਂ ਪਹਿਲਾਂ ਜਿੱਤ ਗਏ ਸੀ, ਉਹ ਵੀ ਬਹੁਤੇ ਫਰਕ ਨਾਲ ਨਹੀਂ ਸੀ ਜਿੱਤੇ। ਇੱਕ ਹੋਰ ਜਗ੍ਹਾ ਤੋਂ ਲੋਕ ਸਭਾ ਚੋਣ ਜਿੱਤ ਗਏ, ਪਰ ਉਹ ਸੀਟ ਹਾਰਨੀ ਬਹੁਤ ਵੱਡਾ ਝਟਕਾ ਸੀ ਗਾਂਧੀ ਪਰਿਵਾਰ ਲਈ, ਰਾਹੁਲ ਗਾਂਧੀ ਲਈ। ਪ੍ਰਿਯੰਕਾ ਗਾਂਧੀ ਨੂੰ ਅੱਗੇ ਕੀਤਾ ਗਿਆ ਤੇ ਰਾਏਬਰੇਲੀ ਤੇ ਅਮੇਠੀ, ਇਹ 2 ਸੀਟਾਂ ਤੱਕ ਹੀ ਗਾਂਧੀ ਪਰਿਵਾਰ ਜਿਹੜਾ ਮਹਿਦੂਦ ਰਹਿ ਗਿਆ ਸੀ। ਪੀਲੀਭੀਤ ਦੇ ਵਿੱਚ ਦੂਸਰੀ ਗਾਂਧੀ ਹੈ, ਮੇਨਕਾ ਗਾਂਧੀ ਰਹੀ ਹੈ, ਉਸ ਦਾ ਬੋਲਬਾਲਾ ਰਿਹਾ, ਕਿੰਨੀ ਵਾਰੀ MP ਬਣੀ ਹੈ, ਮੰਤਰੀ ਬਣੀ ਹੈ ਬੀਬੀ। ਪਰ ਇੱਥੇ ਕੁਝ ਸਥਿਤੀ ਹੋਰ ਸੀ। ਇੱਥੋਂ ਫਿਰ ਇਹਨਾਂ ਸੀਟਾਂ ਤੋਂ ਬਾਹਰ ਨਿਕਲਣ ਦੀ ਲੋੜ ਸੀ। ਇੰਨੀਆਂ ਲੋਕ ਸਭਾ ਸੀਟਾਂ ਨੇ ਯੂਪੀ ਦੀਆਂ ਤੇ ਕਾਂਗਰਸ ਕੋਲ ਕਿੰਨੀਆਂ ਨੇ? 7। 400 ਤੋਂ ਉੱਪਰ ਵਿਧਾਨ ਸਭਾ ਦੀਆਂ ਸੀਟਾਂ ਨੇ। ਇੱਥੋਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵਿਧਾਨ ਸਭਾ 'ਚ ਕਾਂਗਰਸ ਦੀ ਹਾਲਤ ਕੀ ਹੋਵੇਗੀ। ਪ੍ਰਿਯੰਕਾ ਗਾਂਧੀ ਕੀ ਕਾਂਗਰਸ ਦਾ ਚਿਹਰਾ ਬਣ ਗਈ ਹੈ ਯੂਪੀ ਦੇ ਵਿੱਚ? ਇਹ ਕਿਸੇ ਹੱਦ ਤੱਕ ਗੱਲ ਠੀਕ ਜਾਪਦੀ ਹੈ। ਖਾਸ ਤੌਰ ਤੇ ਜਿਹੜੇ ਉਹ ਵਿਸ਼ਲੇਸ਼ਕ ਨੇ ਜਿਹੜੇ ਕਾਂਗਰਸ ਪੱਖੀ ਨੇ ਜਾਂ ਕਾਂਗਰਸ ਵਾਲੇ ਪੁਆਇੰਟ ਆਫ ਵਿਊ ਤੋਂ ਦੇਖਦੇ ਨੇ, ਉਹ ਕਹਿੰਦੇ ਨੇ ਕਿ ਗੱਲ ਕੁਝ ਬਣ ਰਹੀ ਜਾਪਦੀ ਹੈ। ਲਖੀਮਪੁਰ ਕਾਂਡ ਜਿਹੜਾ ਵਾਪਰਿਆ ਇਹ ਗੱਲ ਤੇ ਮਾੜੀ ਹੈ, ਪਰ ਜੇ ਇਸ ਪਰਸਪੈਕਟਿਵ ਨੂੰ ਇੱਕ ਮਿੰਟ ਲਈ ਲਾਂਭੇ ਕਰ ਦਈਏ ਤੇ ਇਹ ਦੇਖਿਆ ਜਾਵੇ ਕਿ ਕਾਂਗਰਸ ਨੇ ਕੀ ਹਾਸਲ ਕੀਤਾ ਤੇ ਉਹ ਹਾਸਲ ਹੋ ਰਿਹਾ ਹੈ। ਪਰ ਕੀ ਹਾਸਲ ਹੋ ਰਿਹਾ? ਯੋਗੀ ਮੁੱਖ ਮੰਤਰੀ ਹੈ, ਅਖਿਲੇਸ਼ ਯਾਦਵ ਮਾਇਆਵਤੀ ਜਿਹੜੇ ਨੇ ਵਿਰੋਧੀ ਧਿਰ ਦੇ ਵਿੱਚ ਨੇ ਤੇ ਇਸ ਮਾਮਲੇ ਦੇ ਵਿੱਚ ਪ੍ਰਿਯੰਕਾ ਗਾਂਧੀ ਅਜੇ ਉਹ ਸਟੇਟਸ ਹਾਸਲ ਨਹੀਂ ਕਰ ਸਕੀ ਜੋ ਯੋਗੀ ਦਾ ਹੈ ਜਾਂ ਭਾਰਤੀ ਜਨਤਾ ਪਾਰਟੀ ਦਾ ਹੈ। ਪਰ ਉਹ ਕਿਹੜਾ ਸਟੇਟਸ ਹਾਸਲ ਕੀਤਾ ਫਿਰ ਉਸਨੇ ਕਹਿੰਦੇ ਨੇ ਕਿ ਅਖਿਲੇਸ਼ ਯਾਦਵ ਤੇ ਮਾਇਆਵਤੀ ਦੀ ਜਗ੍ਹਾ ਲੈ ਲਈ ਹੈ ਕਿਉਂਕਿ ਉਹ ਇਸ ਲਖੀਮਪੁਰ ਮਾਮਲੇ ਦੇ ਵਿੱਚ ਬਹੁਤ ਠੰਡੇ ਨਜ਼ਰ ਆਏ ਨੇ। 100 ਕਾਰਨ ਹੋ ਸਕਦੇ ਨੇ, ਕਈ ਕਾਰਨ ਹੋ ਸਕਦੇ ਨੇ, ਫਿਰਕੂ ਕਾਰਨ ਵੀ ਹੋ ਸਕਦੇ ਨੇ, ਗਿਣਤੀ ਮਿਣਤੀ ਲਾ ਲੈਂਦਾ ਹੈ ਜਿਹੜਾ ਰਾਜਨੇਤਾ ਹੁੰਦਾ ਹੈ ਕਿ ਮੈਨੂੰ ਇਸ ਗਰੁੱਪ ਦਾ ਫਾਇਦਾ ਕਰਨ ਦੇ ਵਿੱਚ, ਮਦਦ ਕਰਨ ਦੇ ਵਿੱਚ ਕੋਈ ਫਾਇਦਾ ਹੈ ਜਾਂ ਚੁੱਪ ਰਹੀਏ। ਤੇ ਨਿਕਲੇ ਨੇ ਅਖਿਲੇਸ਼ ਯਾਦਵ ਵਿਰੋਧ ਦੇ ਵਿੱਚ, ਘਰ ਦੇ ਬਾਹਰ ਹੀ ਗ੍ਰਿਫਤਾਰੀ ਦਾ ਉਹਨਾਂ ਨੇ ਇੱਕ ਕਾਰਵਾਈ ਪਾ ਕੇ ਤੇ ਉਹਨਾਂ ਨੇ ਜਾਂਚ ਛਡਾ ਲਈ ਹੈ। ਉਸ ਤੋਂ ਬਾਅਦ ਕੁਝ ਨਹੀਂ ਹੈ। ਹੁਣ ਕਹਿੰਦੇ ਨੇ ਕਿ ਜਾਣਾ ਉੱਥੇ ਨੂੰ ਜਾਣਾ ਕਿ ਨਹੀਂ ਜਾਣਾ ਤੇ ਗਾਂ ਕੀ ਕਰਨਾ। ਪਰ ਸਿਆਸੀ ਜ਼ਮੀਨ ਉਹਨਾਂ ਦੀ ਖਿਸਕੀ ਹੈ ਤੇ ਪ੍ਰਿਯੰਕਾ ਵਾਡਰਾ ਗਾਂਧੀ ਨੇ ਹਾਸਲ ਕੀਤੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਫਿਰ 3 ਅਕਤੂਬਰ ਨੂੰ ਮਾਰਚ ਸ਼ੁਰੂ ਕਰਦੇ ਨੇ, ਵਾਰਾਣਸੀ ਜਾ ਕੇ ਉਹ ਖਤਮ ਹੁੰਦਾ ਹੈ। ਵਾਰਾਣਸੀ ਜਿੱਥੋਂ ਨਰਿੰਦਰ ਮੋਦੀ ਮੈਂਬਰ ਪਾਰਲੀਮੈਂਟ ਨੇ। ਵਾਰਾਣਸੀ ਦੇ ਵਿੱਚ ਧਾਰਮਿਕ ਸ਼ਹਿਰ ਹੈ, ਪੁਰਾਣਾ ਸ਼ਹਿਰ ਹੈ, ਭਾਰਤ ਦੇ ਜਿਹੜੇ ਪੁਰਾਣੇ ਸ਼ਹਿਰ ਨੇ ਉਹਨਾਂ ਵਿੱਚੋਂ ਇੱਕ ਹੈ। ਗੰਗਾ ਵੀ ਵਗਦੀ ਹੈ ਤੇ ਗੰਗਾ ਪੁੱਤਰ ਨਰਿੰਦਰ ਮੋਦੀ ਜੋ ਆਪਣੇ ਆਪ ਨੂੰ ਆਖਦੇ ਸਨ
ਕਿ ਮੈਂ ਇਸ ਦੀ ਜੂਨ ਸੁਧਾਰਨੀ ਹੈ ਤੇ ਇੱਥੋਂ ਕਸਮ ਖਾਧੀ ਹੈ ਕੁਝ ਸੁਧਾਰ ਕਰਨ ਦੀ, ਉਹਨਾਂ ਨੂੰ ਵੰਗਾਰਿਆ ਜਾ ਕੇ ਪ੍ਰਿਅੰਕਾ ਨੇ ਜੀ। ਔਰ ਪ੍ਰਿਅੰਕਾ ਨੇ ਜਿਹੜਾ ਇਕੱਠ ਕੀਤਾ ਹੈ, ਕਾਂਗਰਸ ਦੇ ਲਫ਼ਜ਼ਾਂ ਦੇ ਵਿੱਚੋਂ 50,000 ਤੋਂ ਜ਼ਿਆਦਾ ਦਾ ਇਕੱਠ ਸੀ, ਪਰ ਮੌਕੇ ਦੇ ਗਵਾਹ ਇਹ ਦੱਸਦੇ ਨੇ ਕਿ ਇਕੱਠ ਵੱਡਾ ਜ਼ਰੂਰ ਸੀ ਪਰ ਇੰਨਾ ਜ਼ਿਆਦਾ ਨਹੀਂ ਸੀ ਜਿੰਨੇ ਕਾਂਗਰਸ ਵਾਲੇ ਦੱਸ ਰਹੇ ਨੇ, ਪਰ ਇਕੱਠ ਤੇ ਹੋਇਆ। ਹੁਣ ਇੰਨੇ 60 ਘੰਟੇ ਜਿਹੜੀ ਉਹ ਕੈਦ ਰਹੀ ਹੈ ਤੇ ਨਾਲ ਉੱਥੇ ਜਾ ਕੇ ਲੋਕਾਂ ਨੂੰ ਮਿਲੀ ਆ, ਵਿੱਚ ਰਹੀ ਹੈ। ਇਹਦੇ ਬਾਰੇ ਸਿਆਸੀ ਮਾਹਰ ਇਹ ਆਖਦੇ ਨੇ ਪ੍ਰਿਅੰਕਾ ਗਾਂਧੀ ਦੇ ਬਾਰੇ ਕਿ ਉਹ ਪਹਿਲਾਂ ਦਿੱਲੀ ਤੋਂ ਦੇਖਣ ਆਉਂਦੀ ਸੀ, ਹੁਣ ਦੱਸਣ ਆਈ ਹੈ ਰਸਤਾ ਵੀ ਕੋਈ। ਦਿੱਲੀ ਤੋਂ ਰਾਜਨੀਤੀ ਵਾਪਸ ਆਉਂਦੀ ਸੀ ਤੇ ਉੱਥੇ ਨੂੰ ਵਾਪਸ ਮੁੜ ਜਾਂਦੀ ਸੀ ਤੇ 1 ਜਾਂ 2 ਦਿਨ ਦੀ ਖੇਡ ਹੁੰਦੀ ਸੀ ਤੇ ਇਸੇ ਗੈਰ ਹਾਜ਼ਰੀ ਦਾ ਖਮਿਆਜ਼ਾ ਕਾਂਗਰਸ ਅੱਜ ਤੱਕ ਯੂਪੀ ਦੇ ਵਿੱਚ ਭੁਗਤ ਰਹੀ ਹੈ ਜੀ। ਉਸ ਦਾ ਹਾਲ ਇਹ ਹੈ ਕਿ ਯੂਪੀ ਦੇ ਵਿੱਚ ਜੋ ਇਹਦਾ ਇੱਕ ਜਥੇਬੰਦਕ ਢਾਂਚਾ ਹੁੰਦਾ ਹੈ, ਕਾਡਰ ਜਿਸ ਨੂੰ ਅਸੀਂ ਆਖ ਦਿੰਦੇ ਹਾਂ, ਉਹ ਕਾਂਗਰਸ ਦਾ ਬਿਲਕੁਲ ਵੀ ਨਹੀਂ ਹੈ ਜੀ। ਹੁਣ ਕਹਿੰਦੇ ਨੇ ਕਿ ਇਹ ਜਿਹੜਾ ਮਾਰਚ ਚੱਲਿਆ ਤੇ 12 ਅਕਤੂਬਰ ਨੂੰ ਜਿਹੜਾ ਸੀ 10 ਅਕਤੂਬਰ ਨੂੰ ਵਾਰਾਣਸੀ ਵਿੱਚ ਜਾ ਕੇ ਖਤਮ ਹੋਇਆ, ਉਸ ਦੇ ਵਿੱਚ ਇੰਜ ਤੇ ਲੱਗਿਆ ਕਿ ਪ੍ਰਿਅੰਕਾ ਗਾਂਧੀ ਵਾਕਈ ਅੱਗੇ ਵਧ ਰਹੀ ਹੈ ਤੇ ਲੋਕਾਂ ਨੂੰ ਇੱਕ ਸੰਦੇਸ਼ ਦੇ ਰਹੀ ਹੈ, ਪਰ ਜਥੇਬੰਦਕ ਢਾਂਚਾ ਨਾਲ ਤੁਰਿਆ ਹੋਵੇ ਜਾਂ ਲੋਕ ਆਪ ਮੁਹਾਰੇ ਉਹਦੇ ਨਾਲ ਜੁੜਦੇ ਦੇਖੇ ਹੋਣ, ਇਹ ਅਜਿਹਾ ਜਾਪਿਆ ਨਹੀਂ ਜੀ। ਸੋ ਇਹ ਗਿਣਤੀ ਮਿਣਤੀ ਜਿਹੜੀ ਹੈ ਯੂਪੀ ਦੇ ਵਿੱਚ ਵੋਟਾਂ ਦੀ, ਉਸ ਵਿੱਚ ਤਾਲਿਬਾਨ ਵੀ ਆਉਂਦਾ ਹੈ, ਉਸ ਵਿੱਚ ਮੁਸਲਮਾਨ ਭਾਈਚਾਰਾ ਵੀ ਆਉਂਦਾ ਹੈ, ਕਿਸਾਨ ਅੰਦੋਲਨ ਵੀ ਆਉਂਦਾ ਹੈ ਤੇ ਜਿਹੜਾ ਰਾਮ ਮੰਦਿਰ ਦਾ ਮੁੱਦਾ ਵੀ ਆਉਣਾ ਹੈ ਜੀ। 5 ਸੂਬਿਆਂ ਦੇ ਵਿੱਚ ਚੋਣਾਂ ਨੇ ਅਗਲੇ ਸਾਲ ਜੀ, ਬਿਲਕੁਲ ਅਗਲਾ ਸਾਲ ਆਇਆ ਖਲੋਤਾ ਤੇ ਪ੍ਰਿਅੰਕਾ ਗਾਂਧੀ ਨੇ ਅਜੇ ਤੱਕ ਸਿਰਫ ਪੈਰ ਧਰਿਆ ਉੱਥੇ, ਇਸ ਤੋਂ ਵੱਧ ਇਸ ਨੂੰ ਕੁਝ ਨਹੀਂ ਆਖਿਆ ਜਾ ਸਕਦਾ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਪ੍ਰਿਅੰਕਾ ਗਾਂਧੀ ਦੀ ਕਰ ਰਹੇ ਹਾਂ ਤੇ ਪ੍ਰਿਅੰਕਾ ਗਾਂਧੀ ਨੇ ਜਿਹੜੇ ਯੂਪੀ 'ਚ ਜਾ ਕੇ ਹੱਥ ਪੈਰ ਮਾਰੇ ਨੇ, ਕੋਸ਼ਿਸ਼ਾਂ ਕੀਤੀਆਂ ਨੇ, ਕੇਂਦਰੀ ਪੱਧਰ ਤੇ ਜੇ ਦੇਖੀਏ ਤੇ ਕਾਂਗਰਸ ਨੂੰ ਇਹਦਾ ਕੋਈ ਫਾਇਦਾ ਹੋਏਗਾ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਵੀ ਇਹਨਾਂ ਬਾਰੇ ਬੋਲ ਰਹੇ ਨੇ ਤੇ ਕੁਝ ਹੋਰ ਸਿਆਸੀ ਮਾਹਿਰ ਵੀ ਨੇ ਜਿਹੜੇ ਕਾਂਗਰਸ ਨੂੰ ਠੰਡਿਆਂ ਕਰਦੇ ਨਜ਼ਰ ਆ ਰਹੇ ਨੇ। ਇੱਕ ਗੱਲ ਇਹ ਹੈ ਕਿ ਜਦੋਂ 60 ਘੰਟੇ ਪ੍ਰਿਅੰਕਾ ਗਾਂਧੀ ਕੈਦ ਰਹਿੰਦੀ ਹੈ ਰੈਸਟ ਹਾਊਸ ਦੇ ਵਿੱਚ ਜੀ, ਤੇ ਉੱਥੇ ਝਾੜੂ ਮਾਰਦਿਆਂ ਦੀ ਜਿਹੜੀ ਫੋਟੋ ਆਉਂਦੀ ਹੈ, ਕਮਰਾ ਸਾਫ਼ ਕਰ ਰਹੇ ਆਪਣਾ, ਤੇ ਅਦਿੱਤਿਆ ਯੋਗੀ ਕੀ ਕਹਿੰਦੇ ਨੇ, ਯੋਗੀ ਆਦਿੱਤਿਆਨਾਥ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਦੇਖੋ ਇਹ ਇੱਕ ਮਾੜੀ ਮੋਟੀ ਸਫਾਈ ਵੀ ਇਹਨਾਂ ਨੂੰ ਜਿਹੜੀ ਹੈ, ਮਾੜਾ ਮੋਟਾ ਜਿਹੜਾ ਗੰਦ ਹੈ ਉਹ ਵੀ ਮਨਜ਼ੂਰ ਨਹੀਂ, ਸਾਫ਼ ਜਗ੍ਹਾ ਤੇ ਰਹਿਣ ਵਾਲੇ ਲੋਕ ਜੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਦੇਖੋ ਉਹ ਵੀ ਸਾਫ਼ ਕਰਨਾ ਪੈ ਰਿਹਾ ਉਹਨੂੰ। ਤੇ ਉਸਨੇ ਕੀ ਕੀਤਾ, ਅਗਲੇ ਦਿਨ ਵਾਲਮੀਕੀ ਭਾਈਚਾਰੇ ਦੇ ਘਰਾਂ ਦੇ ਵਿੱਚ ਜਾ ਕੇ ਗਲੀ ਦੇ ਵਿੱਚ ਝਾੜੂ ਫੇਰ ਕੇ ਉਹਨੂੰ ਦਿਖਾਇਆ ਕਿ ਮੈਂ ਉੱਥੇ ਹੀ ਨਹੀਂ ਝਾੜੂ ਫੇਰਨਾ, ਮੈਂ ਇੱਥੇ ਵੀ ਫੇਰਨੇ ਨੂੰ ਤਿਆਰ ਹਾਂ ਰਾਜਨੀਤੀ ਲਈ ਜੀ। ਤੁਸੀਂ ਗੱਲ ਕੀਤੀ ਹੈ ਸਿਆਸੀ ਜ਼ਮੀਨ ਜਿਹੜੀ ਕਾਂਗਰਸ ਖੋ ਚੁੱਕੀ ਹੈ ਉਸ ਨੂੰ ਹਾਸਲ ਕਰਨ ਲਈ ਕੇਂਦਰੀ ਪੱਧਰ ਤੇ ਫਾਇਦਾ ਹੋਵੇਗਾ ਜਾਂ ਨਹੀਂ। ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਯੂਪੀ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ ਤੇ ਕਾਂਗਰਸ ਇਹਨੂੰ ਇਸ ਪੱਖ ਤੋਂ ਦੇਖ ਰਹੀ ਹੈ ਕਿ ਇਸ ਕੇਂਦਰ ਦੇ ਵਿੱਚ ਸੱਤਾ ਦਾ ਰਸਤਾ ਲਖੀਮਪੁਰ ਦੇ ਵਿੱਚੋਂ ਦੀ ਬਾਕੀ ਯੂਪੀ ਦੇ ਵਿੱਚ ਵੜ ਕੇ ਫੇਰ ਦਿੱਲੀ ਨੂੰ ਆਵੇਗਾ ਜੀ। ਹੁਣ ਉਸ ਨੂੰ ਇਸ ਤਰ੍ਹਾਂ ਵੇਖਿਆ ਗਿਆ, ਪਰ ਮਾਹਿਰ ਕੀ ਕਹਿੰਦੇ ਨੇ। ਪ੍ਰਸ਼ਾਂਤ ਕਿਸ਼ੋਰ ਦੀ ਤੁਸੀਂ ਗੱਲ ਕੀਤੀ, ਮੈਂ ਪਹਿਲਾਂ ਉਹਨਾਂ ਦੀ ਹੀ ਕਰਾਂਗਾ ਜੀ। ਹੁਣ ਪ੍ਰਸ਼ਾਂਤ ਕਿਸ਼ੋਰ ਚੋਣ ਰਣਨੀਤੀਕਾਰ ਨੇ, ਬਿਲਕੁਲ ਉਹਨਾਂ ਨੂੰ ਆਫਰਸ ਬਹੁਤ ਹੋਈਆਂ ਨੇ, ਜਿਹੜਾ ਜੇਤੂ ਟੀਮ ਦੇ ਵਿੱਚ ਸ਼ਾਮਲ ਹੋਵੇ ਤੇ ਕੈਪਟਨ ਅਖਵਾਵੇ ਉਸ ਦਾ ਕਿ ਮੈਂ ਇਹ ਸਾਰੀ ਪਲੈਨਿੰਗ ਕੀਤੀ ਸੀ ਜੀ, ਫਿਰ ਆਫਰਾਂ ਤੇ ਹੋਣਗੀਆਂ। ਚੋਣਾਂ ਉਹਨਾਂ ਨੇ ਹਾਰੀਆਂ ਵੀ ਆ ਕੁਝ, ਤੇ ਉਹਨਾਂ ਨੇ ਕਹਿੰਦੇ ਕਿ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀ ਜੀ ਚੋਣ ਰਣਨੀਤੀਕਾਰ ਦੇ ਵਜੋਂ। ਫਿਰ ਜਦੋਂ ਉਹ ਜਿੱਤ ਜਾਂਦੇ ਨੇ ਤੇ ਉੱਥੇ ਬੁਲਾਇਆ ਜਾਂਦਾ ਹੈ ਸਾਰਿਆਂ ਨੂੰ, ਜਿਹੜੇ ਮਹਿਮਾਨ ਆਉਂਦੇ ਨੇ, ਤੇ ਉੱਥੇ ਇਹਨਾਂ ਦੀ ਮੁਲਾਕਾਤ ਹੋਰ ਕਈ ਆਗੂਆਂ ਨਾਲ ਹੁੰਦੀ ਹੈ ਜੀ। ਰਾਹੁਲ ਗਾਂਧੀ ਵੀ ਇਸੇ ਤਰ੍ਹਾਂ ਦੇ ਇੱਕ ਸਮਾਗਮ 'ਚ ਮਿਲੇ ਸਨ ਤੇ ਮਮਤਾ ਬੈਨਰਜੀ ਵੀ। ਮਮਤਾ ਬੈਨਰਜੀ ਪ੍ਰਸ਼ਾਂਤ ਕਿਸ਼ੋਰ ਨੂੰ ਉੱਥੇ ਇਹ ਕਹਿੰਦੇ ਨੇ ਕਿ ਆਓ ਬੰਗਾਲ ਵੀ ਸਾਡੀ ਮਦਦ ਕਰੋ ਤੇ ਸਾਨੂੰ ਵੀ ਚੋਣਾਂ ਜਿੱਤਣ ਦਾ ਤਰੀਕਾ ਦੱਸੋ ਜੀ। ਤੇ ਪ੍ਰਸ਼ਾਂਤ ਕਿਸ਼ੋਰ ਨੇ ਕੀ ਆਖਿਆ, ਦੀਦੀ ਤੁਹਾਨੂੰ ਮੇਰੀ ਲੋੜ ਨਹੀਂ, ਤੁਸੀਂ ਵੈਸੇ ਹੀ ਜਿੱਤ ਜਾਣਾ ਜੀ, ਇਹ ਉਹਨਾਂ ਨੇ ਖੁਦ ਦੱਸਿਆ। ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਆਫਰ ਦਿੱਤੀ ਸੀ। ਰਾਹੁਲ ਗਾਂਧੀ ਤੋਂ ਥੋੜ੍ਹਾ ਜਿਹਾ ਉਹਨਾਂ ਨੇ ਹਿਚਕਚਾ ਕੇ ਜਿਹੜਾ ਕੋਈ ਉਹਨਾਂ ਨੂੰ ਬਹੁਤੀ ਹਾਂ ਨਹੀਂ ਕੀਤੀ। ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸੀ ਉਹ ਉਹਨਾਂ ਨੇ ਮਦਦ ਕੀਤੀ ਤੇ ਚੋਣ ਜਿੱਤੇ ਵੀ। ਤੇ ਹੁਣ ਪੰਜਾਬ ਦੀ ਸਮੀਕਰਨ ਥੋੜੇ ਵੱਖਰੇ ਨੇ। ਬਿਲਕੁਲ
ਪਰ ਯੂਪੀ ਦੀ ਜੇ ਗੱਲ ਕਰੀਏ, ਯੂਪੀ ਦੇ ਵਿੱਚ ਵੀ ਪ੍ਰਸ਼ਾਂਤ ਕਿਸ਼ੋਰ ਨੇ ਜ਼ੋਰ ਤਾਂ ਲਾਇਆ ਸੀ ਵਿਧਾਨ ਸਭਾ 'ਚ, ਜੀ ਤੇ ਪ੍ਰਸ਼ਾਂਤ ਕਿਸ਼ੋਰ ਇਹੋ ਕਹਿੰਦੇ ਨੇ ਕਿ ਸਾਨੂੰ ਬਹੁਤ ਵੱਡਾ ਫਾਇਦਾ ਜ਼ਮੀਨੀ ਪੱਧਰ ਤੇ ਦਿਸਿਆ ਨਹੀਂ, ਜੀ ਪਰ ਅਸੀਂ ਆਪਣੇ ਪੈਰ ਜਿਹਾ ਜਮਾਉਣ ਦੇ ਵਿੱਚ ਕਾਮਯਾਬ ਹੋਏ ਹਾਂ, ਮਾੜੀ ਮੋਟੀ ਪਛਾਣ ਬਣ ਰਹੀ ਹੈ। ਜੀ ਹੁਣ ਪ੍ਰਸ਼ਾਂਤ ਕਿਸ਼ੋਰ ਕਿਸ ਤਰ੍ਹਾਂ ਦੀ ਰਣਨੀਤੀ ਬਣਾਉਣਾ ਚਾਹੁੰਦੇ ਨੇ ਤੇ ਟੀਮ ਕਿਹੜੀ ਚਾਹੁੰਦੇ ਨੇ, ਇਹ ਬੜੀ ਖਾਸ ਗੱਲ ਹੁੰਦੀ ਹੈ। ਬਿਲਕੁਲ ਪ੍ਰਸ਼ਾਂਤ ਕਿਸ਼ੋਰ ਪੰਜਾਬ ਦੀ ਇਲੈਕਸ਼ਨ ਜਿੱਤ ਕੇ ਝੋਲੀ ਪਾ ਦਿੰਦੇ ਨੇ ਕਾਂਗਰਸ ਦੀ, ਤੇ ਯੂਪੀ ਵਾਲੀ ਹਾਰ ਜਾਂਦੇ ਨੇ। ਬਿਲਕੁਲ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹ 7 MP ਨੇ, ਇਹਨਾਂ ਨੂੰ ਡਬਲ ਡਿਜਿਟ ਵਿੱਚ ਲੈ ਕੇ ਜਾਣਾ ਸਾਡੇ ਲਈ ਚੈਲੰਜ ਹੋਵੇਗਾ ਕਿ 10 ਵੀ ਕਿਸ ਤਰ੍ਹਾਂ ਹੋ ਜਾਣ ਤੇ ਸਾਡੀ ਕੋਈ ਪ੍ਰਾਪਤੀ ਹੋਵੇਗੀ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਤੋਂ ਬਾਅਦ ਅਸੀਂ ਕੋਈ ਵਿਰੋਧੀ ਧਿਰ ਦੇ ਵਿਰੋਧ ਦੇ ਵਿੱਚ ਹੀ ਕੋਈ ਪਾਰਟੀ ਖੜੀ ਕਰ ਸਕੀਏ ਤੇ ਸਾਡੇ ਕੋਈ 2-4 ਸੀਟਾਂ ਹਾਸਲ ਕਰ ਲਈਏ ਤੇ ਕੁਝ ਮਾੜਾ ਮੋਟਾ ਸਾਡਾ ਵੋਟ ਸ਼ੇਅਰ ਵੱਧ ਜਾਵੇ, ਇਹੋ ਹੀ ਸਾਡੀ ਪ੍ਰਾਪਤੀ ਹੋਵੇਗੀ। ਜੀ ਉਹਨਾਂ ਕਿਹਾ ਕਿ ਸਾਡਾ ਜਥੇਬੰਦਕ ਢਾਂਚਾ ਉਹ ਖਤਮ ਹੋ ਚੁੱਕਾ ਹੈ। ਪ੍ਰਸ਼ਾਂਤ ਕਿਸ਼ੋਰ ਦਾ ਇਹ ਕਹਿਣਾ ਕਿ ਜੜ੍ਹਾਂ ਤੱਕ ਸਮੱਸਿਆ ਹੈ ਕਾਂਗਰਸ ਦੇ ਵਿੱਚ ਤੇ ਇਸ ਨੂੰ ਅਜੇ ਇੰਨੀ ਸ਼ਾਰਟ ਟਰਮ ਸੋਲੂਸ਼ਨ ਦੇ ਵਿੱਚ ਦੂਰ ਕਰਨਾ ਸੰਭਵ ਨਹੀਂ। ਸ਼ਾਰਟ ਟਰਮ ਸੋਲੂਸ਼ਨ ਦੀ ਜਦੋਂ ਗੱਲ ਕਰਦੇ ਨੇ ਕਿ ਵਿਰੋਧੀ ਧਿਰ ਦੇ, ਜਦੋਂ ਅਸੀਂ ਦੇਖਦੇ ਹਾਂ ਕਿ ਕਾਂਗਰਸ ਸ਼ਾਇਦ ਉਹਨਾਂ ਨੇ ਇਹ ਲਫ਼ਜ਼ ਵਰਤਿਆ ਕਿ ਜਿਹੜੇ ਲੋਕ ਇਹ ਸੋਚ ਰਹੇ ਨੇ ਕਿ ਕਾਂਗਰਸ ਯੂਪੀ ਦੇ ਵਿੱਚ ਵਿਰੋਧੀ ਧਿਰ ਵਿੱਚ ਆ ਰਹੀ ਹੈ, ਜੀ ਤੇ ਕਹਿੰਦੇ ਇਸ ਤਰ੍ਹਾਂ ਖੁਸ਼ ਹੋਣ ਦੀ ਲੋੜ ਨਹੀਂ, ਨਿਰਾਸ਼ ਹੋਵੋਗੇ ਤੁਸੀਂ, ਤੁਹਾਨੂੰ ਨਿਰਾਸ਼ਾ ਹੋਵੇਗੀ ਕਿਉਂਕਿ ਅਜਿਹਾ ਹੋਣ ਵਾਲਾ ਨਹੀਂ। ਜੀ ਤੇ ਪ੍ਰਸ਼ਾਂਤ ਕਿਸ਼ੋਰ ਕੇਂਦਰ ਬਾਰੇ ਤਾਂ ਪਹਿਲਾਂ ਹੀ ਆਖ ਚੁੱਕੇ ਨੇ ਕਿ ਅਜੇ ਤੀਜੇ ਫਰੰਟ ਦੀ ਜਗ੍ਹਾ ਨਹੀਂ, ਤੀਜਾ ਫਰੰਟ ਅਜੇ ਨਹੀਂ ਬਣ ਸਕਣਾ, ਉਸ ਲਈ ਢੁਕਵਾਂ ਸਮਾਂ ਨਹੀਂ। ਜੀ ਭਾਵੇਂ ਸ਼ਰਦ ਪਵਾਰ ਨੂੰ ਮਿਲੇ, ਉਹਨਾਂ ਨੂੰ ਮਿਲੇ, ਪਰ ਕਾਂਗਰਸ ਉਹਨਾਂ ਨੂੰ ਆਪਣੇ ਵਿੱਚ ਸ਼ਾਮਲ ਕਰਨ ਲਈ ਉਹਨਾਂ ਨੂੰ ਤਰਲੋ ਮੱਛੀ ਵੀ ਹੋ ਰਹੀ ਹੈ। ਜੀ ਪ੍ਰਸ਼ਾਂਤ ਕਿਸ਼ੋਰ ਨੂੰ ਜੋੜਨ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ, ਪਰ ਪ੍ਰਸ਼ਾਂਤ ਕਿਸ਼ੋਰ ਨੇ ਖੁਦ ਸਾਰਾ ਮਾਮਲਾ ਹੋਲਡ ਤੇ ਪਾਇਆ ਹੋਇਆ। ਜੀ ਹੁਣ ਬਾਕੀ ਮਾਹਰ ਕਿਸ ਤਰ੍ਹਾਂ ਦੇ ਕੀ ਆਖਦੇ ਨੇ, ਉਹ ਵੀ ਇਹੋ ਹੀ ਆਖਦੇ ਨੇ ਕਿ ਕਾਂਗਰਸ ਜਿਹੜੀ ਹੈ ਸਿੱਧੇ ਤੌਰ ਤੇ ਕਾਂਗਰਸ ਦੀ ਮਾੜੀ ਮੋਟੀ ਪਪੂਲੈਰਿਟੀ ਯੂਪੀ ਦੇ ਵਿੱਚ ਜੇ ਉਹ ਇੱਕ ਪੱਧਰ ਤੱਕ ਹੀ ਰਹਿੰਦੀ ਹੈ ਤੇ ਉਸ ਤੋਂ ਵੱਧ ਹੀ ਨਹੀਂ, ਭਾਵ ਇੱਕ ਹੁਣ ਬਿਲਕੁਲ ਧਰਾਤਲ ਤੇ ਹੈ, ਥੱਲੇ ਹੈ। ਜੇ ਉੱਥੋਂ ਇੱਥੇ ਆ ਜਾਂਦੇ ਨੇ ਆਪਣੇ ਵਿੱਚ ਤੇ ਉਹਨਾਂ ਨੂੰ ਇੰਪਰੂਵਮੈਂਟ ਦਿਸੇਗੀ ਕਿ ਸਾਡਾ ਵੋਟ ਬੈਂਕ ਕੁਝ ਵਧਿਆ ਹੈ, ਪਰ ਜੇ ਉਹ ਕਿਸੇ ਖਾਸ ਪੱਧਰ ਤੱਕ ਨਹੀਂ ਪਹੁੰਚਦੇ ਤਾਂ ਇਸ ਦਾ ਸਿੱਧਾ ਫਾਇਦਾ ਯੋਗੀ ਆਦਿੱਤਿਆਨਾਥ ਨੂੰ ਹੋਵੇਗਾ। ਜੀ ਕਾਰਨ ਇਹ ਹੈ ਕਿ ਬੀਜੇਪੀ ਦਾ ਵੋਟ ਬੈਂਕ ਕਾਫੀ ਹੱਦ ਤੱਕ ਯੂਪੀ 'ਚ ਪੱਕਾ ਹੈ, ਬਿਲਕੁਲ। ਤੇ ਜੇ ਕਿਸੇ ਦੀ ਵੋਟ ਬੈਂਕ ਦੇ ਵਿੱਚ ਕਾਂਗਰਸ ਸੰਨ ਲਾਵੇਗੀ ਤੇ ਉਹ ਹੈ ਸਮਾਜਵਾਦੀ ਪਾਰਟੀ ਦੇ ਬਹੁਜਨ ਸਮਾਜ ਪਾਰਟੀ। ਜੀ ਤੇ ਜੇ ਉਹਨਾਂ ਦੇ ਵੋਟ ਬੈਂਕ 'ਚ ਸੰਨ ਲਾਉਂਦੀ ਹੈ ਕਾਂਗਰਸ, ਤਾਂ ਫਿਰ ਭਾਜਪਾ ਨੂੰ ਕਿਵੇਂ ਨੁਕਸਾਨ ਹੋਇਆ, ਉਹਨਾਂ ਨੂੰ ਤਾਂ ਫਾਇਦਾ ਹੋਵੇਗਾ। ਵੋਟ ਤੇ ਸਾਰਾ ਸਮਾਜਵਾਦੀ ਪਾਰਟੀ ਦਾ ਕੱਟਿਆ ਜਾਵੇਗਾ। ਇਸ ਕਰਕੇ ਇਹ ਜਿਹੜਾ ਅਜੇ ਕੋਈ ਚੋਣ ਦੇ ਰਣਨੀਤੀਕਾਰਾਂ ਦੇ ਹਿਸਾਬ ਨਾਲ, ਮਾਹਿਰਾਂ ਦੇ ਹਿਸਾਬ ਨਾਲ ਅਜੇ ਸਮੀਕਰਨ ਬਦਲਦੇ ਨਜ਼ਰ ਨਹੀਂ ਆ ਰਹੇ, ਤੇ ਪ੍ਰਸ਼ਾਂਤ ਕਿਸ਼ੋਰ ਨੇ ਤਾਂ ਕਹਿ ਦਿੱਤਾ ਕਿ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਕੁਲਦੀਪ ਜੀ, ਗੱਲ ਲਖੀਮਪੁਰ ਖੀਰੀ ਘਟਨਾ ਦੀ ਇੱਕ ਵਾਰ ਫੇਰ ਕਰਦੇ ਹਾਂ। ਜਾਂਚ ਦੀ ਮੰਗ ਉੱਠ ਰਹੀ ਹੈ, ਪਹਿਲੇ ਦਿਨ ਤੋਂ ਅਜੇ ਮਿਸ਼ਰਾ ਟੇਨੀ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ, ਤੇ ਜਿਹੜੀ ਸੱਤਾਧਾਰੀ ਭਾਜਪਾ ਆ ਉੱਥੇ ਇਸ ਵੇਲੇ, ਉਹਦਾ ਕੀ ਸਟੈਂਡ ਆ? ਸੱਤਾਧਾਰੀ ਭਾਜਪਾ 'ਚ ਪਹਿਲੀ ਵਾਰੀ ਕੋਈ ਹਿਲਜੁਲ ਹੋਈ ਜਾਪਦੀ ਹੈ। ਉੱਥੇ ਦੇ ਬਰਜੇਸ਼ ਪਾਠਕ ਜਿਹੜੇ ਨੇ ਭਾਜਪਾ ਦੇ ਵੱਡੇ ਆਗੂ ਨੇ ਯੂਪੀ ਦੇ, ਉਹ ਪੀੜਤ ਪਰਿਵਾਰਾਂ ਨੂੰ ਮਿਲਣ ਵਾਸਤੇ ਗਏ ਨੇ। ਹੁਣ ਕਿਹਨੂੰ ਮਿਲੇ ਨੇ? ਕਿ ਆਪਣੇ ਭਾਜਪਾ ਵਰਕਰਾਂ ਨੂੰ ਮਿਲੇ ਨੇ ਕਿਉਂਕਿ ਉਹ ਵੀ ਮਾਰੇ ਗਏ ਸੀ, ਜਾਂ ਕਿਸਾਨਾਂ ਦੇ ਪਰਿਵਾਰਾਂ ਕੋਲ ਵੀ ਗਏ ਨੇ। ਕੀ ਇੰਨੀ ਜ਼ਰੂਰਤ ਉਹਨਾਂ ਦੀ ਹੈ ਕਿ ਕਿਸਾਨਾਂ ਦੇ ਪਰਿਵਾਰਾਂ ਕੋਲ ਜਾ ਸਕਣ? ਅਜੇ ਮਿਸ਼ਰਾ ਟੈਨੀ ਦੇ ਬਾਰੇ ਅਜੇ ਕੋਈ ਬਗਾਵਤ ਜਾਂ ਕੋਈ ਸੁਰ ਜਿਹੜੀ ਹੈ ਉਹ ਨਹੀਂ ਉੱਠੀ, ਸਿਵਾਏ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਤੋਂ। ਭਾਜਪਾ ਇਸ ਮਾਮਲੇ ਤੇ ਕੀ ਸੋਚਦੀ ਹੈ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਜਪਾ ਨੇ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ 80 ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ। ਭਾਵ 80 ਦੀ ਗਿਣਤੀ 'ਚ ਵੀ ਨਹੀਂ ਹੈ। ਜ਼ਾਹਰਾ ਤੌਰ ਤੇ ਕਾਰਵਾਈ ਤਾਂ ਇਸੇ ਕਰਕੇ ਹੋਈ ਹੈ ਕਿ ਉਹਨਾਂ ਨੇ ਆਪਣਾ ਮੂੰਹ ਖੋਲ੍ਹਿਆ ਤੇ ਸੱਚ ਕਹਿਣ ਦੀ ਹਿੰਮਤ ਦਿਖਾਈ ਹੈ। ਦੂਜੇ ਪਾਸੇ ਜਗ੍ਹਾ ਕਿਹਨੂੰ ਮਿਲਦੀ ਹੈ? ਪੰਜਾਬ ਦੀ ਗੱਲ ਕਰੀਏ ਤੇ ਤੁਸੀਂ ਹੈਰਾਨ ਹੋਵੋਗੇ, ਪੰਜਾਬ ਤੋਂ ਜਗ੍ਹਾ 2 ਵਿਅਕਤੀਆਂ ਨੂੰ ਮਿਲੀ ਹੈ। 3 ਵਿਅਕਤੀਆਂ ਨੂੰ, ਹਰਦੀਪ ਪੁਰੀ ਨੇ, ਸੋਮ ਪ੍ਰਕਾਸ਼ ਨੇ ਤੇ ਹਰਜੀਤ ਸਿੰਘ ਗਰੇਵਾਲ ਨੇ। ਹਰਜੀਤ ਸਿੰਘ ਗਰੇਵਾਲ ਜੋ ਕਿਸਾਨਾਂ ਦੇ ਵਿਰੁੱਧ ਭੱਦੀ ਸ਼ਬਦਾਵਲੀ ਤੋਂ ਲੈ ਕੇ ਭਾਜਪਾ ਦੇ ਹੱਕ ਦੇ ਵਿੱਚ ਬਹੁਤ ਕੁਝ ਬੋਲਦੇ ਰਹੇ ਨੇ ਔਰ ਬੋਲਦੇ ਲਗਾਤਾਰ ਜਾ ਰਹੇ ਨੇ, ਇਸ ਚੀਜ਼ ਦਾ ਨਾਮ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ 80 ਦੇ ਵਿੱਚ ਉਹਨਾਂ ਨੂੰ ਲੈ ਆਂਦਾ, ਜਾਂ ਜਿਹੜੇ ਬਾਅਦ ਵਿੱਚ ਹੋਰ ਮੈਂਬਰ ਬਣਾਏ ਗਏ ਨੇ ਉਹਨਾਂ ਵਿੱਚ ਲੈਂਦਾ। ਇਸ ਤਰ੍ਹਾਂ ਦਾ ਉਹਨਾਂ ਨਾਲ ਇਹ ਜਿਹੜਾ ਹੈ ਸਲੂਕ ਉੱਥੇ ਭਾਜਪਾ ਮੈਂਬਰਾਂ ਨਾਲ ਹੋ ਸਕਦਾ ਹੈ ਜੇ ਕੋਈ ਮੂੰਹ ਖੋਲੇਗਾ ਤਾਂ ਬੋਲੇਗਾ। ਪਰ ਕੀ ਇਹ ਬਰਜੇਸ਼ ਪਾਠਕ ਜਿਹੜੇ ਨੇ ਲਖੀਮਪੁਰ ਪੁੱਜੇ ਨੇ, ਸੀਨੀਅਰ ਆਗੂ ਨੇ,
ਇਹ ਹਾਈਕਮਾਂਡ ਦੇ ਇਸ਼ਾਰੇ ਤੇ ਪੁੱਜੇ ਨੇ ਜਾਂ ਮਾੜਾ ਮੋਟਾ ਠੰਡ ਵਰਤਾਉਣ ਲਈ ਉੱਥੇ ਪੁੱਜੇ ਨੇ। ਜੀ ਇਹ ਸਾਨੂੰ ਲੱਗਦਾ ਹੈ ਕਿ ਕੁਛ ਨਾ ਕੁਛ ਚੱਲ ਰਿਹਾ ਵੀ ਭਾਜਪਾ ਅੰਦਰ ਖਾਤੇ ਕੁਝ ਨਾ ਕੁਝ ਕਰ ਰਹੀ ਹੋ ਸਕਦੀ ਹੈ। ਜੀ ਪਰ ਜਿਹੜੀ ਜਾਂਚ ਚੱਲ ਰਹੀ ਆ ਉਸ ਵਿੱਚੋਂ ਬਹੁਤਾ ਕੁਝ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਪੁੱਛ ਪੜਤਾਲਾਂ ਜ਼ੋਰਦਾਰ ਤਰੀਕੇ ਨਾਲ ਜਾਰੀ ਨੇ। ਜੀ ਇੱਕ ਅੰਕਿਤ ਦਾਸ ਨਾਂ ਦਾ ਇੱਕ ਮੁਜਰਮ ਜਿਹੜਾ ਹੈ ਜੋ ਭਗੌੜਾ ਸੀ ਹੁਣ ਤੱਕ, ਉਸਨੇ ਵੀ ਸਰੈਂਡਰ ਕਰ ਦਿੱਤਾ, ਆਤਮ ਸਮਰਪਣ ਕਰ ਦਿੱਤਾ ਹੈ ਜੀ। ਤੇ ਉਹ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮਰਹੂਮ ਸੰਸਦ ਮੈਂਬਰ ਦਾ ਉਹ ਭਤੀਜਾ ਹੈ। ਜੀ ਉਹ ਵੀ ਭਾਜਪਾ ਦਾ ਮੈਂਬਰ ਹੈ। ਹੁਣ ਉਹ ਵੀ ਪੇਸ਼ ਹੋਵੇਗਾ ਤੇ ਆਸ਼ੀਸ਼ ਮਿਸ਼ਰਾ ਜਿਹੜੇ ਨੇ, ਆਸ਼ੀਸ਼ ਮਿਸ਼ਰਾ ਦੀ ਜਾਂਚ ਲਗਾਤਾਰ ਚੱਲ ਰਹੀ ਹੈ। SIT ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਜੀ ਇੱਕ ਅਧਿਕਾਰੀ ਨੇ ਇੱਕ ਮੀਡੀਆ ਗਰੁੱਪ ਨੂੰ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਇਹ ਗੱਲ ਦੱਸੀ ਹੈ ਕਿ ਆਸ਼ੀਸ਼ ਮਿਸ਼ਰਾ SIT ਦੇ ਸਾਹਮਣੇ ਇਹ ਸਾਬਤ ਨਹੀਂ ਕਰ ਸਕਿਆ ਕਿ ਮੈਂ ਘਟਨਾ ਵੇਲੇ ਉੱਥੇ ਮੌਕੇ ਤੇ ਮੌਜੂਦ ਨਹੀਂ ਸੀ। ਜੀ ਉਸਨੇ ਕਈ ਵੀਡੀਓ ਦਿਖਾਈਆਂ, ਦੇਖੋ ਜੀ ਆਹ ਕੁਸ਼ਤੀ ਚੱਲ ਰਹੀ ਸੀ, ਫਲਾਣੇ ਜਗ੍ਹਾ ਤੇ ਆਹ ਹੋ ਰਿਹਾ ਸੀ, ਸਮਾਗਮ ਚੱਲ ਰਿਹਾ ਸੀ, ਮੈਂ ਤਾਂ ਉੱਥੇ ਸੀ। ਜੀ ਪਰ ਉਹ SIT ਉਸ ਤੋਂ ਸੰਤੁਸ਼ਟ ਨਹੀਂ ਹੈ ਤੇ ਉਹ ਕੋਈ ਠੋਸ ਜਵਾਬ ਨਹੀਂ ਦੇ ਸਕਦਾ। ਜੀ ਹੁਣ ਜੇ ਆਸ਼ੀਸ਼ ਮਿਸ਼ਰਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਇਲਜ਼ਾਮ ਕਾਫੀ ਹੱਦ ਤੱਕ ਸਾਬਤ ਹੋ ਚੁੱਕੇ ਨੇ ਤੇ ਉਸ ਦੇ ਇੱਕ ਪਿਤਾ ਦਾ ਮੰਤਰੀ ਬਣਿਆ ਰਹਿਣਾ ਕਿਸ ਹੱਦ ਤੱਕ ਜਾਇਜ਼ ਹੈ, ਭਾਜਪਾ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੀ। ਹੁਣ ਭਾਜਪਾ ਵੱਲੋਂ ਕੀ ਕਿੱਥੇ ਕੀਤਾ ਜਾ ਰਿਹਾ ਹੈ, ਇਸ ਦੀ ਇੱਕ ਹੋਰ ਉਦਾਹਰਨ ਮੈਂ ਆਪ ਜੀ ਨੂੰ ਦਿੰਦਾ। ਜੀ ਜਦੋਂ ਭਾਰਤ ਦੇ ਵਿੱਚ ਤੇ ਪ੍ਰੈਸ ਕਾਨਫਰੰਸ ਬਹੁਤ ਘੱਟ ਕੀਤੀ ਜਾਂਦੀ ਤੇ ਮਰਜ਼ੀ ਦੇ ਲੋਕਾਂ ਨੂੰ ਬਿਠਾਇਆ ਜਾਂਦਾ ਤੇ ਗੋਦੀ ਮੀਡੀਆ ਵਾਲੀ ਗੱਲ ਤੇ ਤੁਸੀਂ ਜਾਣਦੇ ਹੀ ਹੋ, ਬਿਲਕੁਲ ਸਵਾਲ ਵੀ ਉਹੋ ਜਿਹਾ ਪੁੱਛੇ ਜਾਂਦੇ ਨੇ ਜਿਹੜੇ ਪਹਿਲਾਂ ਫਿਕਸ ਹੁੰਦੇ ਨੇ। ਪਰ ਜਦੋਂ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਪੈਰ ਰੱਖਦੇ ਹੋ ਨਾ, ਫਿਰ ਤੁਹਾਨੂੰ ਜਵਾਬ ਵੀ ਦੇਣੇ ਪੈਂਦੇ ਨੇ ਤੇ ਉੱਥੇ ਸਵਾਲ ਵੀ ਕੌੜੇ ਤਿੱਖੇ ਪੁੱਛੇ ਜਾਂਦੇ ਨੇ। ਜੀ ਸਾਡੇ ਮੁਲਕ ਵਿੱਚ ਇਹ ਰਿਵਾਜ ਨਹੀਂ ਹੈ, ਪਰ ਜਿੱਥੇ ਜਿੱਥੇ ਪੁੱਛੇ ਜਾਂਦੇ ਨੇ ਉਹਨਾਂ ਦੀ ਗੱਲ ਜਿਹੜੀ ਮੈਂ ਆਪ ਜੀ ਨੂੰ ਦੱਸਣੀ ਚਾਹੁੰਦਾ। ਕੁਲਦੀਪ ਜੀ, ਅਸੀਂ ਇਹ ਗੱਲ ਵਾਪਸ ਆ ਕੇ ਇਸੇ ਤਰ੍ਹਾਂ ਕੰਟੀਨਿਊ ਕਰਦੇ ਹਾਂ। ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਭਾਜਪਾ ਦੇ ਬਰਜੇਸ਼ ਪਾਠਕ ਉੱਤੇ ਪਹੁੰਚੇ ਨੇ, ਕੀ ਹੋਰ ਵੀ ਕੋਈ ਭਾਜਪਾਈ ਬੋਲਿਆ? ਜੇ ਗੱਲ ਕਾਂਗਰਸ ਦੀ ਕਰੀਏ ਤੇ ਉਹ ਕਿੰਨਾ ਕੁ ਦਬਾਅ ਬਣਾਉਣ 'ਚ ਸਫਲ ਹੋਏ ਨੇ? ਕਾਂਗਰਸੀਆਂ ਦੀ ਗੱਲ ਪਹਿਲਾਂ ਮੁਕਾ ਲੈਂਦੇ ਆ। ਜੀ ਕਾਂਗਰਸ ਵਾਲਿਆਂ ਦਾ ਵਫਦ ਜਿਹੜਾ ਰਾਹੁਲ ਗਾਂਧੀ ਦੀ ਅਗਵਾਈ 'ਚ ਰਾਸ਼ਟਰਪਤੀ ਨੂੰ ਜਾ ਕੇ ਮਿਲਿਆ, ਰਾਮਨਾਥ ਕੋਵਿੰਦ ਕੋਲ ਗਏ ਨੇ ਜੀ ਕਿ ਅਜੇ ਮਿਸ਼ਰਾ ਟ੍ਰੈਨੀ ਨੂੰ ਬਰਖਾਸਤ ਕਰ ਦਿਓ, ਉਸ ਨੂੰ ਮੰਤਰੀ ਦੇ ਅਹੁਦੇ ਤੋਂ ਲਾਹ ਦਿਓ। ਜੀ ਰਾਸ਼ਟਰਪਤੀ ਹੈ, ਉਸ ਕੋਲ ਤਾਕਤਾਂ ਤੇ ਸਾਰੀਆਂ ਹੁੰਦੀਆਂ ਨੇ, ਬਿਲਕੁਲ ਪਰ ਉਹ ਇਸ ਨੂੰ ਐਕਸਰਸਾਈਜ਼ ਕਰਨਗੇ ਕਿ ਨਹੀਂ। ਪਰ ਕਹਿੰਦੇ ਨੇ, ਉਹਨਾਂ ਨੇ ਬਾਹਰ ਆ ਕੇ ਕਾਂਗਰਸ ਵਾਲਿਆਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਯਕੀਨ ਦਿਵਾਇਆ ਕਿ ਇਸ ਮੁੱਦੇ ਤੇ ਕੁਝ ਨਾ ਕੁਝ ਉਹ ਜ਼ਰੂਰ ਵਚਨ ਦਿੱਤਾ ਹੈ ਕਿ ਕੁਝ ਨਾ ਕੁਝ ਜ਼ਰੂਰ ਕਰਨਗੇ। ਜੀ ਹੁਣ ਦੇਖੋ, ਰਾਸ਼ਟਰਪਤੀ ਤੱਕ ਪਹੁੰਚ ਛੋਟੀ ਗੱਲ ਤਾਂ ਨਹੀਂ ਹੈ ਬਿਲਕੁਲ। ਤੇ ਦਬਾਅ ਦੂਸਰੇ ਪਾਸਿਓਂ ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦਾ ਹੋ ਰਿਹਾ। ਜੇ ਜਾਂਚ ਚੱਲ ਰਹੀ ਹੈ ਆਸ਼ੀਸ਼ ਦੀ ਜੀ ਤੇ ਉਸ ਵਿੱਚੋਂ ਇਦਾਂ ਦੇ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਹੜੇ ਹੈਰਾਨਜਨਕ ਨੇ ਤੇ ਜਿਨ੍ਹਾਂ ਤੋਂ ਸਾਬਤ ਹੋ ਸਕਦਾ ਹੈ ਕਿ ਉਹ ਗੁਨਾਹਗਾਰ ਹੈ ਤੇ ਉਸ ਦੇ ਪਿਤਾ ਦਾ ਮੰਤਰੀ ਬਣੇ ਰਹਿਣਾ ਜਾਇਜ਼ ਨਹੀਂ ਹੋ ਸਕਦਾ, ਕਿਉਂਕਿ ਉਹ ਜਾਂਚ ਦੇ ਵਿੱਚ ਵਿਘਨ ਕਦੇ ਵੀ ਪਾ ਸਕਦੇ ਨੇ ਕਿ ਰਸੂਖ ਵਾਲੇ ਅਹੁਦੇ ਤੇ ਬੈਠੇ ਨੇ। ਤਾਕਤ ਹੈ ਉਹਨਾਂ ਕੋਲ, ਤਾਕਤ ਹੈ। ਆਮ ਤੌਰ ਤੇ ਇਹੋ ਹੀ ਕਿਹਾ ਜਾਂਦਾ ਹੈ ਕਿ 302 ਦਾ ਤੇ 307 ਦੇ ਜਿਹੜੇ ਮਾਮਲੇ ਦਰਜ ਹੁੰਦੇ ਨੇ, ਇਹਨਾਂ ਵਿੱਚ ਇਰਾਦਾ ਕਤਲ ਦੇ ਵਿੱਚ ਜ਼ਮਾਨਤ ਔਖੀ ਹੁੰਦੀ ਹੈ। ਜੇ ਕਤਲ ਹੋਇਆ ਹੋਵੇ ਤਾਂ ਜ਼ਮਾਨਤ ਕਈ ਵਾਰੀ ਸੌਖੀ ਹੋ ਜਾਂਦੀ ਹੈ। ਜੀ ਬਿਲਕੁਲ। ਇਰਾਦਾ ਕਤਲ ਦੇ ਵਿੱਚ ਤੁਸੀਂ ਦੁਬਾਰਾ ਉਹੀ ਅਟੈਂਪਟ ਕਰ ਸਕਦੇ ਹੋ ਜੇ ਜ਼ਮਾਨਤ ਤੇ ਜਾਂਦੇ ਹੋ। ਇਸ ਤਰ੍ਹਾਂ ਦੀਆਂ ਤਕਨੀਕੀ ਗੱਲਾਂ ਹੋਰ ਵੀ ਹੋਣਗੀਆਂ। ਜੀ ਹੁਣ ਅਸੀਂ ਗੱਲ ਕਰਦੇ, ਤੁਸੀਂ ਸਵਾਲ ਪੁੱਛਿਆ ਕਿ ਭਾਜਪਾਈਆਂ 'ਚੋਂ ਹੋਰ ਕੋਈ ਬੋਲਿਆ ਕਿ ਨਹੀਂ ਬੋਲਿਆ। ਭਾਜਪਾ ਦੀ ਸਾਡੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਗਈ ਹੈ ਵਿਦੇਸ਼। ਜੀ ਅਮਰੀਕਾ ਦੇ ਵਿੱਚ ਸਾਡੇ ਤੇ ਇੰਨੇ ਸਵਾਲ ਤਿੱਖੇ ਨਹੀਂ ਪੁੱਛੇ ਜਾਂਦੇ, ਪਰ ਅਮਰੀਕਾ ਵਿੱਚ ਜਦੋਂ ਕੋਈ ਵਿਦੇਸ਼ ਦਾ ਆਗੂ ਆਉਂਦਾ ਹੈ ਤੇ ਫਿਰ ਕਈ ਯੂਨੀਵਰਸਿਟੀਆਂ ਦੇ ਵਿੱਚ ਤੇ ਕਈ ਵੱਡੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਵਿਦਿਆਰਥੀਆਂ ਸਾਹਮਣੇ ਬਿਠਾਇਆ ਜਾਂਦਾ ਤੇ ਵਿਦਿਆਰਥੀ ਫਿਰ ਸਵਾਲ ਪੁੱਛਦੇ ਨੇ। ਸਾਡੇ ਵੀ ਮੁਲਕ 'ਚ ਹੋ ਚੁੱਕਾ, ਬਰਾਕ ਓਬਾਮਾ ਇਸ ਤਰ੍ਹਾਂ ਆਏ ਸਨ। ਜੀ ਉਹ ਹਾਰਵਰਡ ਕੈਨੇਡੀ ਸਕੂਲ ਦੇ ਵਿੱਚ ਗਏ ਨੇ। ਹੁਣ ਦੁਨੀਆ ਦੇ ਵੱਡੇ ਸਕੂਲ ਜਿਹੜੇ ਨੇ ਉਹਨਾਂ ਵਿੱਚੋਂ ਇੱਕ ਹੈ। ਜੀ ਇੰਸਟੀਟਿਊਸ਼ਨ ਹੈ ਬਹੁਤ ਵੱਡਾ। ਉੱਥੇ ਉਹਨਾਂ ਨੂੰ ਸਵਾਲ ਹੋਏ ਫਿਰ ਕੁਛ, ਜਿਸ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਘਟਨਾ ਜਿਹੜੀ ਇੰਨੀ ਵੱਡੀ ਹੋਈ ਹੈ, ਜੀ ਇਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਸਾਥੀ ਬੋਲਦੇ ਕਿਉਂ ਨਹੀਂ। ਜੀ ਇਹ ਸਵਾਲ ਉਹਨਾਂ ਨੂੰ ਹੋਇਆ। ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਇੱਕ ਲੰਬਾ ਚੌੜਾ ਜਿਹਾ ਜਵਾਬ ਦਿੱਤਾ ਹੈ। ਜੀ ਹਾਲਾਂਕਿ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਹੁਣ ਤੱਕ ਜਿਹੜੇ ਜਵਾਬ ਦਿੱਤੇ ਨੇ ਤੁਹਾਡੇ ਬੰਦਿਆਂ ਨੇ ਇਸ ਮੁੱਦੇ ਤੇ ਬੜੇ ਡਿਪਲੋਮੈਟਿਕ ਜਾਂ ਬੜੇ ਹੋਰ ਅਜੀਬੋ-ਗਰੀਬ ਤਰੀਕੇ ਨਾਲ ਬਚ-ਬਚਾ ਕਰਨ ਵਾਲੇ ਜਵਾਬ ਦਿੱਤੇ ਨੇ, ਤੇ ਖੁੱਲ੍ਹ ਕੇ ਗੱਲ ਕਿਉਂ ਨਹੀਂ ਕੀਤੀ ਗਈ। ਜੀ
ਉੱਥੇ ਫਿਰ ਉਹਨਾਂ ਨੂੰ ਬੋਲਣਾ ਪਿਆ ਕਿ ਇਹ ਘਟਨਾ ਨਿੰਦਣਯੋਗ ਹੈ ਤੇ ਇਸ ਮਾਮਲੇ ਤੇ ਮੇਰਾ ਇੱਕ ਸਾਥੀ ਜਿਹੜਾ ਹੈ ਮੰਤਰੀ, ਉਸ ਦਾ ਪੁੱਤਰ ਜਿਹੜਾ ਹੈ ਉਹ ਸਮੱਸਿਆ ਦੇ ਵਿੱਚ ਫਸ ਗਿਆ ਜੀ। ਇਹ ਗੱਲ ਉਹਨਾਂ ਨੇ ਕੀਤੀ ਹੈ। ਹਾਲਾਂਕਿ ਨਾਲ ਉਹਨਾਂ ਨੇ ਫਿਰ ਉਹੀ ਭਾਜਪਾ ਵਾਲੀ ਰੱਟ ਜਿਹੜੀ ਹੈ ਦੁਹਰਾ ਦਿੱਤੀ ਹੈ ਜੀ ਕਿ ਦੇਖੋ ਹੋਰ ਵੀ ਦੇਸ਼ ਵਿੱਚ ਹੋਰ ਵੀ ਥਾਵਾਂ ਤੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ, ਪਰ ਉਹ ਅਸੀਂ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ, ਭਾਰਤ ਵਿੱਚ ਇਸ ਤਰ੍ਹਾਂ ਹੈ ਉਸ ਤਰ੍ਹਾਂ ਹੈ, ਤੇ ਤੁਸੀਂ ਇਹਦੇ ਬਾਰੇ ਜਿਹੜਾ ਸਵਾਲ ਕੀਤਾ ਹੈ ਠੀਕ ਹੈ, ਪਰ ਮੈਂ ਤੁਹਾਨੂੰ ਦੱਸ ਦਿੱਤਾ ਹੈ। ਹੁਣ ਉਹ ਗੋਲ-ਮੋਲ ਗੱਲਾਂ ਉਹਨਾਂ ਨੇ ਫੇਰ ਕੀਤੀਆਂ, ਨਾਲੇ ਕਿਹਾ ਕਿ ਕਈ ਵਾਰੀ ਇਦਾਂ ਹੋ ਜਾਂਦਾ ਕਿ ਉੱਥੇ ਭਾਜਪਾ ਦੀ ਸਰਕਾਰ ਹੈ ਤੇ ਜੇ ਉਹਨਾਂ ਨੂੰ ਦਬਾਉਣ ਖਾਤਰ ਇਹ ਗੱਲ ਨੂੰ ਜ਼ਿਆਦਾ ਉਭਾਰਿਆ ਜਾਵੇ ਤਾਂ ਠੀਕ ਨਹੀਂ, ਪਰ ਘਟਨਾ ਹੋਈ ਹੈ ਇਹ ਨਿੰਦਣਯੋਗ ਹੈ। ਇਹ ਸਵਾਲ ਉਹਨਾਂ ਨੂੰ ਕੀਤੇ ਗਏ ਨੇ। ਕਿਸਾਨ ਅੰਦੋਲਨ ਬਾਰੇ ਵੀ ਉਹਨਾਂ ਨੂੰ ਸਵਾਲ ਹੋਇਆ। ਕਿਸਾਨ ਅੰਦੋਲਨ ਬਾਰੇ ਬੀਬੀ ਜੀ ਕਹਿੰਦੇ ਨੇ ਕਿ ਦੇਖੋ ਇਹ ਅਸੀਂ ਇੱਕ ਦਹਾਕਾ ਪਹਿਲਾਂ ਜਿਹੜੇ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਕਰਕੇ ਵੱਡੇ ਵੱਡੇ ਵਿਗਿਆਨੀਆਂ ਨੇ, ਅਰਥ ਸ਼ਾਸਤਰੀਆਂ ਨੇ ਇਹ ਕਾਨੂੰਨ ਤਿਆਰ ਕੀਤੇ ਆ ਤੇ ਸਾਨੂੰ ਇਹਨਾਂ ਦੀ ਬਹੁਤ ਲੰਬੇ ਸਮੇਂ ਤੋਂ ਲੋੜ ਸੀ ਤੇ ਇਹ ਬਿਲਕੁਲ ਸਹੀ ਨੇ ਤੇ ਕਿਸਾਨਾਂ ਨੂੰ ਸਾਡੀ ਗੱਲ ਸਮਝਣੀ ਚਾਹੀਦੀ ਆ। ਦੇਖੋ ਤੁਸੀਂ ਸੁਪਰੀਮ ਕੋਰਟ ਨੂੰ ਝੂਠਿਆ ਕਰ ਰਹੇ ਹੋ ਜਾਂ ਤਾਂ ਆਪਣੇ ਨੂੰ। ਤੁਸੀਂ ਸੁਪਰੀਮ ਕੋਰਟ ਕਹਿ ਚੁੱਕੀ ਹੈ, ਸੁਪਰੀਮ ਕੋਰਟ ਦੀ ਕਮੇਟੀ, ਉਹਨਾਂ ਦੁਆਰਾ ਬਣਾਈ ਗਈ ਕਮੇਟੀ, ਕਿ ਇਸ ਵਿੱਚ ਹਜ਼ਾਰਾਂ ਖਾਮੀਆਂ ਨੇ। ਤੁਸੀਂ ਕਹਿ ਰਹੇ ਹੋ ਕਿ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ 10 ਵਰ੍ਹੇ ਅਸੀਂ ਲੱਗੇ ਰਹੇ ਹਾਂ ਤੇ ਕਿੰਨੇ ਸਾਲ ਲੱਗੇ ਰਹੇ ਤੇ ਫਿਰ ਜਾ ਕੇ ਕਾਨੂੰਨ ਤਿਆਰ ਕੀਤੇ ਨੇ। ਇਹ ਜਵਾਬ ਤੇ ਵਧੀਆ ਨਾ ਹੋਇਆ। ਸੋ ਇਸ ਦਿਨ ਇੰਨੀ ਕੁ ਉਹਨਾਂ ਨੇ ਗੋਲ-ਮੋਲ ਗੱਲ ਕੀਤੀ ਹੈ। ਜੇ ਉਹਨਾਂ ਦੇ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੈ ਜੋ ਉੱਥੇ ਸਵਾਲ ਉਹਨਾਂ ਨੂੰ ਹੋਇਆ ਸੀ, ਜੇ ਉਹਦੀ ਪੂਰਨ ਤੌਰ ਤੇ ਵਿਆਖਿਆ ਪੰਜਾਬੀ ਦੀ ਪੜ੍ਹ ਲਈ ਜਾਵੇ ਟਰਾਂਸਲੇਸ਼ਨ, ਤੇ ਕਈ ਵਾਰੀ ਉਹ 2-3 ਵਾਰੀ ਵੀ ਪੜ੍ਹ ਕੇ ਮੇਰੇ ਪੱਲੇ ਉਹਦੇ 'ਚੋਂ ਬਹੁਤਾ ਕੁਝ ਨਹੀਂ ਪਿਆ, ਸਿਰਫ ਆਹ 2-3 ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਇਹੋ ਹੀ ਪੱਲੇ ਪਈਆਂ ਜੀ। ਕੁਲਦੀਪ ਜੀ, ਸਿਆਸਤ ਨਾ ਕਈ ਵਾਰੀ ਕ੍ਰਿਕਟ ਵਾਂਗ ਪਲਾਂ 'ਚ ਹੀ ਬਦਲ ਜਾਂਦੀ ਹੈ। ਕਈ ਵਾਰੀ ਸਿਆਸੀ ਸ਼ਾਟ ਜਿਹੜਾ ਆ ਉਹ ਪਾਸਾ ਪਲਟ ਦਿੰਦਾ ਤੇ ਕਈ ਵਾਰੀ ਵਿਕਟ ਜਿਹੜੀ ਆ ਉਹ ਉਖੜਦੀ ਆ ਤੇ ਸਾਰਾ ਤਹਿਸ ਨਹਿਸ ਹੋ ਜਾਂਦਾ। ਪੰਜਾਬ ਦੀ ਸਿਆਸਤ ਵੀ ਪਿਛਲੇ ਦਿਨਾਂ 'ਚ ਇਦਾਂ ਹੀ ਹੋਇਆ। ਸਿੱਧੂ ਸਾਹਿਬ ਨੂੰ ਅਗਵਾਈ ਮਿਲ ਗਈ, ਕੈਪਟਨ ਸਾਹਿਬ ਨੂੰ ਵਿਦਾਈ ਮਿਲ ਗਈ ਤੇ ਚੰਨੀ ਸਾਹਿਬ ਨੂੰ ਮਲਾਈ ਮਿਲ ਗਈ। ਸਵਾਲ ਮੇਰਾ ਹੁਣ ਇੱਥੇ ਆ ਕਿ ਸਿੱਧੂ ਸਾਹਿਬ ਨੇ ਜਦੋਂ ਦਾ ਅਸਤੀਫਾ ਦਿੱਤਾ, 28 ਸਤੰਬਰ ਨੂੰ ਉਹਨਾਂ ਨੇ ਅਸਤੀਫਾ ਦਿੱਤਾ, ਅੱਜ 15-16 ਦਿਨ ਹੋ ਚੱਲੇ ਨੇ, ਸਾਰਾ ਕੁਝ ਠੰਡੇ ਬਸਤੇ 'ਚ ਹੈ। ਕਦੇ ਕੋਈ ਕਹਿੰਦਾ ਨਵਾਂ ਪ੍ਰਧਾਨ ਲੱਗ ਜਾਣਾ, ਕਦੇ ਕਹਿੰਦੇ ਨੇ ਵੀ ਸਾਡੇ ਪ੍ਰਧਾਨ ਸਾਹਿਬ ਸਿੱਧੂ ਹੀ ਰਹਿਣਗੇ। ਕੀ ਅਸਲ ਮਾਜਰਾ ਸਿੱਧੂ ਤੇ? ਦੇਖੋ ਜੀ, ਮਾਜਰੇ ਦੀ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ, ਅਸਤੀਫੇ ਤੋਂ ਬਾਅਦ ਜਿਹੜੇ ਉਹਨਾਂ ਨੇ ਮੁੱਦੇ ਉਠਾਏ ਨੇ ਜੀ, ਉੱਥੇ ਤੇ ਉਹਨਾਂ ਦੀ ਗੱਲ ਮੰਨੀ ਗਈ ਹੈ ਕਿ ਵਾਕਿਆ ਮੁੱਦੇ ਤੇ ਜਾਇਜ਼ ਨੇ, ਪਰ ਹਾਈ ਕਮਾਨ ਜਿਹੜੀ ਹੈ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ। ਜ਼ਿਆਦਾ ਬੋਲਣ ਕਰਕੇ ਔਖੇ ਨੇ? ਨਹੀਂ, ਜਿਹੜਾ ਉਹ ਕਹਿੰਦੇ ਨੇ ਕਿ ਆਪੇ ਹੀ ਜਿਹੜਾ ਨੇ ਕਿਸੇ ਨੂੰ ਥਾਪ ਲੈਂਦੇ ਨੇ, ਫਿਰ ਆਪ ਹੀ ਉਹਦੀਆਂ ਲੱਤਾਂ ਖਿੱਚਣ ਲੱਗ ਪੈਂਦੇ ਨੇ ਜੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਉਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਹੈ। ਮੇਰਾ ਖਿਆਲ ਹੈ ਕਿ ਕਾਂਗਰਸ ਦੇ ਜਿੰਨੇ ਵੀ ਇਸ ਵੇਲੇ ਦਾਅਵੇਦਾਰ ਹਨ ਮੁੱਖ ਮੰਤਰੀ ਦੇ ਅਹੁਦੇ ਦੇ ਜਾਂ PPCC ਦੇ ਅਹੁਦੇ ਦੇ, ਇਹਨਾਂ ਵਿੱਚੋਂ ਕੋਈ ਇੱਕ ਵੀ ਇਹ ਦਾਅਵਾ ਨਹੀਂ ਸੀ ਕਰ ਸਕਦਾ ਅੱਜ ਵੀ ਕਿ ਜੇ ਨਵਜੋਤ ਸਿੰਘ ਸਿੱਧੂ ਨਾਂ ਦਾ ਸ਼ਖਸ ਪੰਜਾਬ ਵਿੱਚ ਮੌਜੂਦ ਨਾ ਹੁੰਦਾ ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਨੂੰ ਜਾਂ ਕੁਰਸੀ ਨੂੰ ਕਿਸੇ ਪਾਸਿਓਂ ਹੱਥ ਵੀ ਪਾ ਸਕਦੇ ਸੀ। ਸੋਚ ਵੀ ਨਹੀਂ ਸੀ ਸਕਦੇ। ਇਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਹੈ ਤੇ ਸਾਰਿਆਂ ਨੂੰ ਪਤਾ ਹੈ ਕਿ ਜੇ ਕਿਸੇ ਨੇ ਆਵਾਜ਼ ਉਠਾਈ ਤੇ ਨਵਜੋਤ ਸਿੰਘ ਸਿੱਧੂ ਨੇ, ਜੇ ਕੇਸ ਖੜਾ ਕੀਤਾ ਤੇ ਨਵਜੋਤ ਸਿੰਘ ਸਿੱਧੂ ਨੇ। ਨਵਜੋਤ ਸਿੰਘ ਸਿੱਧੂ ਇਸ ਮਾਮਲੇ ਤੇ ਇੱਕ ਬੁਝਾਰਤ ਜਿਹੜੀ ਹੈ ਉਹ ਕਾਂਗਰਸ ਪਾਰਟੀ ਲਈ ਬਣੇ ਹੋਏ ਨੇ। ਕਾਂਗਰਸ ਵਾਲੀ ਹਾਲਤ ਇਹ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ ਅੱਖੋਂ ਪਰੋਖੇ ਕਰਦੇ ਨੇ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ। ਜੇ ਉਸ ਦੀਆਂ ਪੂਰਨ ਤੌਰ ਤੇ ਗੱਲਾਂ ਮੰਨ ਲੈਂਦੇ ਨੇ ਤੇ ਫਿਰ ਮੈਨੂੰ ਲੱਗਦਾ ਕਿ ਚੱਲਣਾ ਹੀ ਮੁਸ਼ਕਲ ਹੈ ਇਸ ਦੇਸ਼ ਦੇ ਵਿੱਚ। ਬਿਲਕੁਲ। ਜਿਸ ਸਿਸਟਮ ਦੀ ਗੱਲ ਸਿੱਧੂ ਕਰ ਰਹੇ ਨੇ, ਜਿਸ ਸਾਫ ਸੁਥਰੇ ਦੀ, ਆਹ ਵੀ ਟਰਾਂਸਪੇਰੈਂਟ, ਉਹ ਵੀ ਟਰਾਂਸਪੇਰੈਂਟ, ਇਹਨੂੰ ਵੀ ਟੰਗ ਦਿਓ, ਉਹਨੂੰ ਵੀ ਲਾ ਦਿਓ, ਆਹ ਤੋੜ ਦਿਓ, ਆਹ ਜੋੜ ਦਿਓ, ਉਹ ਸਿਆਸਤ 'ਚ ਪੋਸੀਬਲ ਨਹੀਂ ਹੈ। ਉਹ ਇਸ ਭਾਰਤ ਦੀ ਸਿਆਸਤ ਦੇ ਵਿੱਚ ਪੋਸੀਬਲ ਸੰਭਵ ਨਹੀਂ ਹੈ ਜੀ। ਪਰ ਜੋ ਸੰਭਵ ਹੈ ਉਹ ਤੇ ਕਰਨਾ ਚਾਹੀਦਾ ਨਾ। ਬਿਲਕੁਲ। ਹੁਣ ਨਵਜੋਤ ਸਿੰਘ ਸਿੱਧੂ ਨੂੰ ਥੋੜੀ ਜਿਹੀ ਇਹ ਗੱਲ ਸਮਝਣੀ ਚਾਹੀਦੀ ਹੈ। ਪਰ ਕੇਸ ਬਿਲਡਅਪ ਕਿਹੜੀਆਂ ਚੀਜ਼ਾਂ ਤੇ ਹੋਇਆ ਸੀ? ਬੇਅਦਬੀ ਕਾਂਡ ਜੀ ਤੇ ਹੋਰ ਜਿਹੜੇ ਮੁੱਦੇ ਸੀ। ਬੇਅਦਬੀ ਕਾਂਡ ਦੇ ਵਿੱਚ ਜੇ ਐਡਵੋਕੇਟ ਜਨਰਲ ਦਾ, ਸਾਬਕਾ ਐਡਵੋਕੇਟ ਜਨਰਲ ਦਾ ਰੋਲ ਸਹੀ ਨਹੀਂ ਸੀ ਜੀ, ਤਾਂ ਫਿਰ ਨਵਾਂ ਐਡਵੋਕੇਟ ਜਨਰਲ ਲਾਉਣ ਤੋਂ ਪਹਿਲਾਂ ਜੇ ਨਵਜੋਤ ਸਿੰਘ ਸਿੱਧੂ ਨੇ ਮੁੱਦਾ ਉਹ ਖੜਾ ਕੀਤਾ ਸੀ ਤਾਂ ਫਿਰ ਉਹਨਾਂ ਨਾਲ ਉਸ ਨੂੰ ਕੌਨਫੀਡੈਂਸ ਵਿੱਚ ਕਿਉਂ ਨਹੀਂ ਲਿਆ ਗਿਆ? ਬਿਲਕੁਲ। ਜੇ DGP ਦੀ ਗੱਲ ਵੀ ਇਸੇ ਤਰ੍ਹਾਂ ਹੀ ਸੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿਉਂ ਨਹੀਂ ਗਿਆ? ਜੀ। ਜੇ ਨਵਜੋਤ ਸਿੰਘ ਸਿੱਧੂ ਨੇ ਸਾਰਾ ਕੇਸ ਤਿਆਰ ਕੀਤਾ ਹੈ, ਸਿਰਫ ਉਹ PPCC ਦਾ ਪ੍ਰੈਜ਼ੀਡੈਂਟ ਹੈ, ਨਾ ਉਹ ਮੰਤਰੀ ਹੈ, ਨਾ ਮੁੱਖ ਮੰਤਰੀ ਹੈ, ਨਾ ਉਪ ਮੁੱਖ ਮੰਤਰੀ ਹੈ, ਤਾਂ ਫਿਰ ਨਵਜੋਤ ਸਿੰਘ ਸਿੱਧੂ ਹੈ ਕੀ? ਜੇ ਇੰਨਾ ਹੀ ਉਹ ਗੈਰ ਜ਼ਰੂਰੀ ਸ਼ਖਸ ਹੈ ਤੇ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਛੱਡ ਕਿਉਂ ਨਹੀਂ ਦਿੰਦੀ? ਬਿਲਕੁਲ।
ਛੱਡ ਉਹ ਵੀ ਨਹੀਂ ਸਕਦੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਹੱਥ ਵੀ ਉੱਪਰ ਪਿਆ ਹੋਇਆ ਜੀ ਹਾਈ ਕਮਾਨ ਆਲਾ ਕਮਾਨ। ਦਿੱਲੀ ਵਾਲੇ ਦਰਬਾਰ ਦੇ ਵਿੱਚੋਂ ਸਾਰੀਆਂ ਥੰਦਾਂ ਹਿਲਦੀਆਂ ਨੇ, ਡੋਰ ਉੱਥੋਂ ਹਿਲਾਈ ਜਾਂਦੀ ਹੈ ਜੀ ਬਿਲਕੁਲ। ਤੇ ਫੈਸਲੇ ਜਿਹੜੇ ਨੇ ਪੰਜਾਬ ਵਿੱਚ ਪਹੁੰਚ ਜਾਂਦੇ ਨੇ। ਜਿੰਨੇ ਗੇੜੇ ਪੰਜਾਬ ਦੇ ਮੰਤਰੀਆਂ ਸੰਤਰੀਆਂ ਨੇ ਪਿਛਲੇ 2-3 ਮਹੀਨਿਆਂ 'ਚ ਦਿੱਲੀ ਦੇ ਲਾਏ ਨੇ, ਜੀ ਮੇਰਾ ਖਿਆਲ ਹੈ ਕਿ ਹੁਣ ਤੱਕ ਇਹਦਾ ਵਧੀਆ ਰਿਜ਼ਲਟ ਨਿਕਲ ਜਾਣਾ ਚਾਹੀਦਾ ਸੀ। ਹਰੀਸ਼ ਰਾਵਤ ਟਵੀਟ ਕਰ ਰਹੇ ਨੇ ਕਿ ਸਿੱਧੂ ਸਾਹਿਬ ਨੂੰ ਦਿੱਲੀ ਬੁਲਾਇਆ ਤੇ ਸਿੱਧੂ ਸਾਹਿਬ ਨੇ ਜਵਾਬ ਵੀ ਨਹੀਂ ਦਿੱਤਾ ਟਵੀਟ ਦਾ। ਸਿੱਧੂ ਸਾਹਿਬ ਨੇ ਜਵਾਬ ਨਹੀਂ ਦਿੱਤਾ। ਸਿੱਧੂ ਸਾਹਿਬ ਆਪਣੇ ਕੰਮ 'ਚ ਬਿਜ਼ੀ ਨੇ। ਸਿੱਧੂ ਸਾਹਿਬ ਦਾ ਜਵਾਬ ਜਿਹੜਾ ਹੈ ਉਹ 1-2 ਦਿਨਾਂ 'ਚ ਆ ਸਕਦਾ ਹੈ, ਪਰ ਅੰਦਰਲੀ ਖਬਰ ਇਹ ਹੈ ਕਿ ਹਾਈ ਕਮਾਨ ਸ਼ਾਇਦ ਸੋਚੀ ਬੈਠੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਹੋਰ ਤਰੀਕੇ ਖੁਸ਼ ਕਰੀਏ ਤੇ ਇਹਨੂੰ ਖੁੱਲਾ ਤੇ ਛੱਡ ਨਹੀਂ ਸਕਦੇ ਕਿ ਇਹਨੂੰ ਇਹ ਜਿੱਥੇ ਹੁਣ ਜਾਂਦਾ ਜਾਵੇ, ਉਸ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ। ਬਿਲਕੁਲ। ਤੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਰਸਤੇ ਵਿੱਚ ਹੀ ਹੈ, ਨਾ ਉਹ ਮਨਜ਼ੂਰ ਹੋਇਆ ਨਾ ਮਨਜ਼ੂਰ ਹੋਇਆ ਤੇ ਨਾ ਸਿੱਧੂ ਨੇ ਵਾਪਸ ਲਿਆ। ਭੰਬਲ ਭੂਸਾ ਰਜੀਆ ਸੁਲਤਾਨਾ ਵਾਲਾ ਅਸਤੀਫਾ ਜਿਹੜਾ ਹੈ ਭੰਬਲ ਭੂਸਾ ਉਹਦੇ ਬਾਰੇ ਵੀ ਆ। ਇੰਨੀ ਗੱਲ ਪੱਕੀ ਹੈ ਕਿ ਰਜੀਆ ਸੁਲਤਾਨਾ ਅਜੇ ਵੀ ਮਿਨਿਸਟਰ ਹੈ ਜੀ, ਪਰ ਉਸ ਦਾ ਅਸਤੀਫਾ ਵਾਪਸ ਹੋਇਆ ਕਿ ਨਾ ਮਨਜ਼ੂਰ ਹੋਇਆ ਜਾਂ ਉਸਨੇ ਖੁਦ ਵਾਪਸ ਕੀਤਾ, ਇਸ ਗੱਲ ਦਾ ਪਤਾ ਨਹੀਂ। ਕਹਿੰਦੇ ਸਿੱਧੂ ਨੂੰ ਇਹ ਗੱਲ ਵੀ ਆਖੀ ਗਈ ਹੈ ਕਿ ਜਿਸ ਤਰ੍ਹਾਂ ਟਵੀਟ ਕਰਕੇ ਤੁਸੀਂ ਅਸਤੀਫਾ ਦਿੱਤਾ ਸੀ ਉਸੇ ਤਰ੍ਹਾਂ ਟਵੀਟ ਕਰਕੇ ਇਸ ਨੂੰ ਵਾਪਸ ਲਓ। ਹਾਈ ਕਮਾਨ ਉਸ ਨੂੰ ਮਨਾਉਣ ਦੇ ਇਸ ਵਾਰੀ ਰੌਂਕ ਜਾਪਦੀ ਨਹੀਂ ਤੇ ਬਦਲ ਵੀ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਮਬੰਦੀ ਵੀ ਹੋ ਰਹੀ ਹੈ ਕਿ ਸਿੱਧੂ ਦੀ ਜਗ੍ਹਾ ਕਿਹਨ ਲੈਣੀ ਹੈ, ਕਿਸ ਨੇ ਲੈਣੀ ਹੈ, ਪਰ ਇਸ ਦਾ ਕੋਈ ਠੋਸ ਰਿਜ਼ਲਟ ਨਿਕਲੇਗਾ ਇਹ ਲੱਗਦਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ। ਕਾਂਗਰਸ ਹਾਈ ਕਮਾਨ ਸਮਾਂ ਲੈਂਦੀ ਹੈ, ਬਹੁਤ ਸਮਾਂ ਲੈਂਦੀ ਹੈ, ਕਈ ਵਾਰੀ ਇੰਨਾ ਸਮਾਂ ਲੈ ਲੈਂਦੀ ਹੈ ਕਿ ਟੂ ਲੇਟ ਹੋ ਜਾਂਦਾ ਹੈ। ਸਿੱਧੂ ਦੇ ਮਾਮਲੇ ਦੇ ਵਿੱਚ ਰਿਸਕ ਲੈਣਾ ਕਾਂਗਰਸ ਪਾਰਟੀ ਨੂੰ ਗਵਾਰਾ ਨਹੀਂ ਹੈ। ਜੇ ਥੋੜੇ ਜਿਹੇ ਲਫ਼ਜ਼ਾਂ 'ਚ ਗੱਲ ਕਰਨੀ ਹੋਵੇ ਤੇ ਸਿੱਧੂ ਸਾਹਿਬ ਇਸ ਵੇਲੇ ਕੀ ਕਰ ਰਹੇ ਨੇ? ਦੜ ਵੱਟ ਕੇ ਬੈਠੇ ਨੇ ਕਿ ਕੋਈ ਨਵਾਂ ਸੱਪ ਕੱਢਣ ਦੀ ਤਿਆਰੀ? ਦੜ ਵੱਟ ਕੇ ਨਹੀਂ ਉਹ ਬੈਠ ਸਕਦੇ। ਇਹ ਸਿੱਧੂ ਸਾਹਿਬ ਨੂੰ ਬਹੁਤ ਸਾਲ ਪਹਿਲਾਂ ਸਿਹਤ ਦੀ ਸਮੱਸਿਆ ਇੱਕ ਹੋ ਗਈ ਸੀ ਤੇ ਕਲੌਟਿੰਗ ਦੀ ਸਮੱਸਿਆ ਆ ਗਈ ਸੀ। ਉਦੋਂ ਡਾਕਟਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਥੋੜਾ ਜਿਹਾ ਆਪਣੀ ਦੌੜ ਭੱਜ ਘਟਾਓ। ਤੁਸੀਂ ਕਮੈਂਟਰੀ ਵੀ ਕਰਦੇ ਹੋ, ਕਾਮੇਡੀ ਸ਼ੋਅ 'ਚ ਵੀ ਜਾਂਦੇ ਹੋ, ਹੋਰ ਰਾਜਨੀਤੀ ਦੇ ਵਿੱਚ ਵੀ ਹੋ, ਤੇ ਥੋੜਾ ਜਿਹਾ ਸਲੋ ਡਾਊਨ ਹੋਵੋ। ਉਦੋਂ ਭਾਰਤੀ ਜਨਤਾ ਪਾਰਟੀ 'ਚ ਹੁੰਦੇ ਸੀ। ਨਵਜੋਤ ਸਿੰਘ ਸਿੱਧੂ ਚੁੱਪ ਨਹੀਂ, ਉਹਨਾਂ ਨੇ ਟਵੀਟ ਕੀਤਾ ਤੇ ਉਹਨਾਂ ਦਾ ਸਾਰਾ ਧਿਆਨ 100 ਕਰੋੜੀ ਡਰੱਗ ਮਾਮਲੇ ਦੀ SIT ਰਿਪੋਰਟ ਤੇ ਲੱਗਾ ਹੋਇਆ, ਜੋ ਅੱਜ ਅਦਾਲਤ ਵਿੱਚ ਖੁੱਲ ਸਕਦੀ ਹੈ। ਉਸ ਵਿੱਚ ਕਿਹਦੇ ਨਾਮ ਹੋਣਗੇ, ਕਿਵੇਂ ਹੋਣਗੇ, ਇਹ ਦੇਖਣਾ ਬਣਦਾ ਹੈ। ਇਸ ਤਰ੍ਹਾਂ ਜਿਵੇਂ ਉਹ ਐਕਸਾਈਟਡ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਵਿੱਚ ਕਿਹਦੇ ਨਾਮ ਆ ਸਕਦੇ ਨੇ, ਤਾਂ ਫਿਰ ਕਿਹਦੀ ਧੌਣ ਨੱਪੀ ਜਾਵੇਗੀ। ਮਜੀਠੀਆ ਨੂੰ ਚੁੰਡੀ ਹਰ ਵਾਰੀ ਵੜਦੇ ਨੇ, ਹੋ ਸਕਦਾ ਲੱਗਦਾ, ਪਰ ਜਿਹੜੀ ਉਹਨਾਂ ਨੇ ਅੱਜ ਉਹ ਦਿੱਲੀ ਵੱਲ ਨੂੰ ਅਜੇ ਮੂੰਹ ਨਹੀਂ ਕੀਤਾ, ਪਰ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਇੱਧਰ ਜਾਂਦੀ ਹੈ ਦੱਖਣ ਵੱਲ ਨੂੰ ਤੇ ਉੱਤਰ ਵੱਲ ਨੂੰ ਜਾਂਦੇ ਨੇ। ਜੇ ਉਹ ਲਖੀਮਪੁਰ ਖੀਰੀ ਜਾਂਦੇ ਨੇ ਸਾਰੇ ਕਾਂਗਰਸ ਵਾਲੇ ਤੇ ਇਹ ਵੈਸ਼ਨੋ ਦੇਵੀ ਦੀ ਯਾਤਰਾ ਤੇ ਨਿਕਲ ਜਾਂਦੇ ਨੇ। ਜੇ ਉਹ ਇੱਧਰ ਨੂੰ ਕਿਸੇ ਕੰਮ ਆਉਂਦੇ ਨੇ ਤਾਂ ਇਹ ਲਖੀਮਪੁਰ ਖੀਰੀ ਨੂੰ ਨਿਕਲ ਜਾਂਦੇ ਨੇ, ਉੱਥੇ ਮੌਨ ਵਰਤ ਰੱਖ ਲੈਂਦੇ ਨੇ। ਅੱਜ ਪਟਿਆਲੇ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਉਹਨਾਂ ਨੇ 2 ਘੰਟੇ ਤਕਰੀਬਨ ਉਹਨਾਂ ਨੇ ਪੂਜਾ ਕੀਤੀ ਜਾਂ ਆਰਾਧਨਾ ਕੀਤੀ ਹੈ, ਕੁਛ ਵੀ ਮੌਨ ਵਰਤ ਰੱਖ ਕੇ ਉਹਨਾਂ ਨੇ ਇਸ ਤਰ੍ਹਾਂ ਚੌਂਕੜਾ ਮਾਰ ਕੇ ਬੈਠ ਗਏ ਨੇ ਤੇ ਉੱਥੇ ਬੈਠੇ ਨੇ। ਇੰਟਰਸਟਿੰਗ ਗੱਲ ਹੈ, ਉਹ ਮੰਦਿਰ ਹੈ ਜਿੱਥੇ ਸ਼ਰਧਾਲੂ, ਕਈ ਸ਼ਰਧਾਲੂ ਜਿਹੜੇ ਨੇ ਉਹ ਮੁਰਗਾ ਤੇ ਦਾਰੂ ਦੀਆਂ ਬੋਤਲਾਂ ਤੇ ਬੱਕਰੇ ਵੀ ਲੈ ਕੇ ਆਉਂਦੇ ਨੇ। ਤੇ ਇਹ ਉਹ ਮੰਦਿਰ ਹੈ ਜਿਸ ਦੀ ਨੀਂਹ ਕਦੇ ਮਹਾਰਾਜਾ ਪਟਿਆਲਾ ਨੇ ਰੱਖੀ ਸੀ, ਜਿਸ ਖਾਨਦਾਨ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਨੇ ਤੇ ਨਵਜੋਤ ਸਿੰਘ ਸਿੱਧੂ ਅੱਜ ਉੱਥੇ ਪਹੁੰਚੇ ਸਨ। ਕਿਸ ਤਰ੍ਹਾਂ ਦੀ ਪ੍ਰੇਰਨਾ ਲੈ ਕੇ ਨਿਕਲਦੇ ਨੇ ਅੰਦਰੋਂ, ਇਹ ਹੁਣ ਪਤਾ ਲੱਗੇਗਾ। ਅਜੇ ਵੈਨੂਗੋਪਾਲ ਸਾਹਮਣੇ ਤੇ ਹਰੀਸ਼ ਰਾਵਤ ਸਾਹਮਣੇ ਉਹਨਾਂ ਨੇ ਪੇਸ਼ ਹੋਣਾ, ਬਲਕਿ ਹਰੀਸ਼ ਰਾਵਤ ਨੇ ਕਿਹਾ ਕਿ ਮੈਨੂੰ ਮਿਲਣਾ ਹੈ, ਉਹਨਾਂ ਨੇ ਪੇਸ਼ ਹੋਣਾ, ਮੇਰਾ ਖਿਆਲ ਸਹੀ ਲਫ਼ਜ਼ ਨਹੀਂ ਹੋਵੇਗਾ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਕਦੇ ਸਿਆਸੀ ਸੰਕਟ, ਕਦੇ ਕਰੋਨਾ ਸੰਕਟ ਤੇ ਹੁਣ ਭਾਰਤ ਮਹਾਨ ਤੇ ਛਾ ਗਿਆ ਜੀ ਬਿਜਲੀ ਸੰਕਟ, ਤੇ ਸਰਕਾਰ ਵੀ ਕੋਈ ਸਥਿਤੀ ਸਪਸ਼ਟ ਨਹੀਂ ਕਰ ਰਹੀ। ਕਿਤੇ ਆਕਸੀਜਨ ਸੰਕਟ ਵਾਂਗ ਇਹਨਾਂ ਨੇ ਅੱਖਾਂ ਤਾਂ ਨਹੀਂ ਮੂੰਦ ਲੀਆਂ? ਦੇਖੋ, ਪਰਸੋਂ ਤੱਕ ਤੇ ਕੋਲਾ ਮੰਤਰੀ ਕਹਿ ਰਹੇ ਸੀ ਕਿ ਨਾ ਘਾਟ ਹੈ, ਨਾ ਸੀ ਤੇ ਨਾ ਹੋਵੇਗੀ। ਘਾਟ ਤੇ ਹੈ, ਇਨੀ ਸਾਰਾ ਨਜ਼ਲਾ ਤੇ 2 ਕੰਪਨੀਆਂ ਤੇ ਝਾੜਨ ਦੀ ਕੋਸ਼ਿਸ਼ ਕੀਤੀ ਸੀ ਜੀ। ਕੇਂਦਰੀ ਪੂਲ ਦੇ ਵਿੱਚੋਂ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੈ ਪੰਜਾਬ ਸਰਕਾਰ, ਪਰ ਇੱਥੇ ਤਾਂ ਮੁਫਤ ਵਾਲੀ ਖੇਡ ਖੇਡੀ ਜਾ ਰਹੀ ਹੈ ਪੰਜਾਬ 'ਚ। 200 ਮਾਫ, 300 ਮਾਫ, 400 ਮਾਫ, ਫ੍ਰੀ ਦੇ ਦਾਣੇ। ਰੋਜ਼ਗਾਰ ਦੀ ਗੱਲ ਕੋਈ ਨਹੀਂ ਜੀ। ਗਰੀਬ ਨੂੰ ਠੀਕ ਹੈ, ਅਨਾਜ ਦੀ ਲੋੜ ਹੈ, ਰੋਜ਼ਗਾਰ ਦਿਓ, ਅਨਾਜ ਆਪੇ ਖਰੀਦਣਗੇ, ਬਿਜਲੀ ਦਾ ਬਿੱਲ ਆਪੇ ਦੇਣਗੇ। ਅਸੀਂ ਤੇ ਘਰ ਦੇ ਵਿੱਚ ਇਨਵਰਟਰ ਤੇ ਜਨਰੇਟਰ ਰੱਖੇ ਹੋਏ ਨੇ,
ਤੁਸੀਂ ਅਕਸਰ ਕੋਈ ਕੰਮ ਕਰਾਉਣ ਜਾਂਦੇ ਹੋ ਤੇ ਉਹ ਕਹਿੰਦੇ ਅੱਜ ਤੇ ਬੱਤੀ ਨਹੀਂ ਆਈ ਜੀ, ਕੱਲ੍ਹ ਨੂੰ ਹੋਊਗਾ ਜੀ, ਕੱਲ੍ਹ ਹੀ ਨਹੀਂ ਆਉਂਦਾ ਇੱਥੇ। ਹੁਣ ਬਿਜਲੀ ਦੀ ਖਪਤ ਇੰਨੀ ਜ਼ਿਆਦਾ ਵਧੇਗੀ। ਕਰੋਨਾ ਤੋਂ ਬਾਅਦ ਭਾਰਤ ਦੀ ਜਿਹੜੀ ਇਕੋਨਮੀ ਆ ਬਹੁਤ ਤਰੱਕੀ ਨਾਲ ਅੱਗੇ ਵਧ ਰਹੀ ਸੀ, ਗਰੋਥ ਰੇਟ ਕਾਫੀ ਜ਼ਿਆਦਾ ਸੀ ਜੀ। ਇਹ ਉਸ ਦੇ ਵਿੱਚ ਉਸ ਕੰਮ ਵਾਸਤੇ ਤਿਆਰ ਨਹੀਂ ਰਹੀ ਸਾਡੀ ਕੋਲ ਇੰਡੀਆ ਤੇ ਸਰਕਾਰ। ਇਹਨਾਂ ਨੇ ਪ੍ਰੋਪਰ ਪਲੈਨਿੰਗ ਨਹੀਂ ਕੀਤੀ। ਕੋਲਾ ਭਾਰਤ ਦੇ ਵਿੱਚ 135 ਪਾਵਰ ਕੋਲੇ ਦੇ ਪਲਾਂਟ ਨੇ ਜੀ। ਇਹਨਾਂ ਵਿੱਚੋਂ 70 ਦੇ ਵਿੱਚੋਂ 70 ਤੋਂ ਵੱਧ ਜਿਹੜੇ ਇਹਨਾਂ ਵਿੱਚ ਕੋਲੇ ਦੀ ਜ਼ਬਰਦਸਤ ਘਾਟ ਹੈ, ਬਹੁਤ ਵੱਡੀ ਘਾਟ ਹੈ। ਕਈਆਂ ਕੋਲ ਤੇ ਬਿਲਕੁਲ ਖਤਮ ਹੈ ਜੀ। ਕੋਲੇ ਦੀ ਇੰਨੀ ਜ਼ਿਆਦਾ ਘਾਟ ਇਹ ਬਾਕੀ ਚੀਜ਼ਾਂ ਤੇ ਵੀ ਅਸਰ ਪਾਏਗੀ। ਕਾਰਨ ਕੀ ਹੋਵੇਗਾ ਇਸ ਨਾਲ? ਫਿਰ ਜਿਹੜੇ ਜਨਰੇਟਰ ਤੇ ਹੋਰ ਚੀਜ਼ਾਂ ਨਾਲ ਐਨਰਜੀ ਪੈਦਾ ਕਰਕੇ ਡੀਜ਼ਲ ਫੂਕਣਗੇ ਲੋਕ ਜੀ, ਤੇ ਡੀਜ਼ਲ ਦੀ ਕੀਮਤ ਤੇ ਪਹਿਲਾਂ ਹੀ ਅਸਮਾਨ ਛੂਹ ਰਹੀ ਹੈ। ਬਿਲਕੁਲ। ਟਰਾਂਸਪੋਰਟੇਸ਼ਨ ਜਿਸ ਦੇ ਜ਼ਰੀਏ ਸਮਾਨ ਇੱਕ ਦੇਸ਼ ਦੇ ਖੂੰਜੇ ਤੋਂ ਦੂਸਰੇ ਤੱਕ ਪਹੁੰਚਦਾ ਹੈ, ਰੇਲਾਂ ਵੀ ਬਿਜਲੀ ਨਾਲ ਚੱਲਦੀਆਂ ਨੇ, ਟਰੱਕ ਡੀਜ਼ਲ ਤੇ ਚੱਲਦੇ ਨੇ ਜੀ। ਜਦੋਂ ਉਹ ਸਾਰੀ ਕਾਸਟ ਵਧੇਗੀ ਤਾਂ ਫਿਰ ਚੀਜ਼ਾਂ ਦੀ ਕੀਮਤ ਵੀ ਵਧੇਗੀ। ਮਹਿੰਗਾਈ ਤਾਂ ਪਹਿਲੇ ਬਹੁਤ ਜ਼ਿਆਦਾ, ਮਹਿੰਗਾਈ ਬਹੁਤ ਤੇਜ਼ੀ ਨਾਲ ਵਧੇਗੀ। ਇਸ ਨਾਲ ਕੰਜ਼ਿਊਮਰ ਦੀ ਜੇਬ ਤੇ ਬਹੁਤ ਵੱਡਾ ਭਾਰ ਪੈਣ ਵਾਲਾ ਹੈ ਜੀ। ਔਰ ਸਰਕਾਰ ਨੇ ਹੁਣ ਇਹ ਮੰਨ ਲਿਆ ਕਿ ਸਾਡੇ ਕੋਲ ਸ਼ਾਰਟ ਟਰਮ ਸੋਲੂਸ਼ਨ ਕੋਈ ਨਹੀਂ ਹੈ। ਅਸੀਂ ਹਾਲ ਦੀ ਘੜੀ ਮਾੜਾ ਮੋਟਾ ਜੁਗਾੜ ਲਾ ਸਕਦੇ ਹਾਂ ਜੀ, ਕਿ ਕੋਲਾ ਇਧਰੋਂ ਲੈ ਲਓ, ਉਧਰੋਂ ਲੈ ਲਓ, ਬਾਹਰੋਂ ਥੋੜਾ ਬਹੁਤਾ ਲੈ ਲਓ। ਪਹਿਲਾਂ ਕੋਲਾ ਭਾਰਤ ਜ਼ਿਆਦਾ ਬਾਹਰੋਂ ਮੰਗਵਾਇਆ ਕਰਦਾ ਸੀ, ਹੁਣ ਤਕਰੀਬਨ ਟੋਟਲ ਡਿਪੈਂਡੈਂਸੀ ਜਿਹੜੀ ਹੈ ਉਹ ਸਾਡੇ ਸਥਾਨਕ ਕੋਲੇ ਤੇ ਹੈ ਜੀ। ਕੋਲਾ ਉਹਨਾਂ ਪ੍ਰੋਡਿਊਸ ਨਹੀਂ ਹੋ ਰਿਹਾ ਜਿੰਨਾ ਸਾਨੂੰ ਚਾਹੀਦਾ ਹੈ ਭਾਰਤ ਦੇ ਵਿੱਚ। ਕਿਉਂ ਨਹੀਂ ਹੋ ਰਿਹਾ? ਇਸ ਗੱਲ ਦੀ ਜਵਾਬਦੇਹੀ ਤਾਂ ਤੈਅ ਹੋਣੀ ਚਾਹੀਦੀ ਹੈ ਜੀ। ਜੇ ਪਤਾ ਸੀ ਕਿ ਸਾਰੇ ਕੰਮ ਚੱਲਣੇ ਨੇ, ਕਰੋਨਾ ਕਾਲ ਖਤਮ ਹੋ ਰਿਹਾ ਹੈ, ਤੇ ਫਿਰ ਤਿਆਰੀ ਕਿਉਂ ਨਾ ਰੱਖੀ ਗਈ? ਬਿਲਕੁਲ। ਸਰਕਾਰ ਇਸ ਮਾਮਲੇ ਵਿੱਚ ਫੇਲ ਹੋਈ ਹੈ, ਮੰਨੇ ਭਾਵੇਂ ਨਾ ਮੰਨੇ ਜੀ। ਅਜੇ ਵਿਰੋਧੀ ਧਿਰ ਦਾ ਧਿਆਨ ਜਿਹੜਾ ਹੈ, ਇੱਕ ਤੇ ਵਿਰੋਧੀ ਧਿਰ ਬਹੁਤੀ ਮਜ਼ਬੂਤ ਨਹੀਂ ਹੈ, ਉਹਦਾ ਧਿਆਨ ਲਖੀਮਪੁਰ ਕਾਂਡ ਦੇ ਬਾਰੇ ਹੈ। ਇੱਧਰ ਨੂੰ ਅਜੇ ਤੱਕ ਸਰਕਾਰ ਨੂੰ ਬਹੁਤਾ ਘਸੀਟਿਆ ਨਹੀਂ ਜਾ ਰਿਹਾ। ਇਲਜ਼ਾਮਬਾਜ਼ੀ ਤੇ ਦੂਸ਼ਣਬਾਜ਼ੀ ਹੋ ਰਹੀ ਹੈ। ਕੁਝ ਪ੍ਰਾਈਵੇਟ ਕੰਪਨੀਆਂ ਵੱਲੋਂ ਉਂਗਲਾਂ ਕੀਤੀਆਂ ਜਾ ਰਹੀਆਂ ਨੇ ਤੇ ਕੁਝ ਸੂਬਾ ਸਰਕਾਰਾਂ ਦੇ ਉਂਗਲੀ ਉਠਾਈ ਜਾ ਰਹੀ ਹੈ ਕਿ ਤੁਸੀਂ ਐਵੇਂ ਖਾਮਖਾਹ ਦਾ ਰੌਲਾ ਪਾ ਰਹੇ, ਕੋਈ ਘਾਟ ਨਹੀਂ ਹੈ ਕੋਲੇ ਦੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਕਸੀਜਨ ਦੀ ਘਾਟ ਹੋਈ ਸੀ ਇਸ ਮੁਲਕ ਦੇ ਵਿੱਚ। ਹੁਣ ਆਕਸੀਜਨ ਦੀ ਘਾਟ ਬਾਰੇ ਕਿੰਨਾ ਕੁਛ ਹੋਇਆ, ਹੌਲੀ ਹੌਲੀ ਗੱਲ ਹੁਣ ਥਾਂ ਨਵੇਂ ਪਲਾਂਟ ਲਾਉਣ ਦੀ ਗੱਲ ਚੱਲ ਰਹੀ ਹੈ, ਕਨਸੈਂਟਰੇਟਰ ਬਾਹਰੋਂ ਮੰਗਾਏ। ਇਸ ਤਰ੍ਹਾਂ ਜੇ ਇੰਨਾ ਹੀ ਸੌਖਾ ਸੀ ਤੇ ਇੰਨੀ ਤਿਆਰੀ ਪਹਿਲਾਂ ਕਿਉਂ ਨਾ ਰੱਖੀ ਗਈ? ਕੋਲਾ ਬਹੁਤ ਜ਼ਿਆਦਾ ਮਹਿੰਗਾ ਹੈ, ਕਮੀ ਵੀ ਹੈ, ਇਸ ਕਰਕੇ ਹਰ ਕੋਈ ਖਰੀਦਣ ਦੇ ਸਮਰੱਥ ਨਹੀਂ ਹੈ। ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਨੇ ਬਹੁਤ ਜ਼ਿਆਦਾ ਮਹਿੰਗਾ ਕੋਲਾ ਖਰੀਦ ਕੇ ਬਿਜਲੀ ਪ੍ਰੋਡਿਊਸ ਕਰਨ ਦੇ ਮੂਡ ਵਿੱਚ ਨਹੀਂ, ਕਿਉਂਕਿ ਉਹਨਾਂ ਦੇ ਕਰਾਰ ਜਿਹੜੇ ਸਰਕਾਰਾਂ ਨਾਲ ਹੋਏ ਨੇ ਉਹ ਇੰਨੇ ਜ਼ਿਆਦਾ ਨਹੀਂ ਹੋਏ ਕਿ ਮਹਿੰਗੇ ਭਾਅ ਦਾ ਕੋਲਾ ਖਰੀਦ ਕੇ ਤੇ ਫਿਰ ਬਿਜਲੀ ਪ੍ਰੋਡਿਊਸ ਕਰਕੇ ਦੇਣ ਜੀ। ਹੁਣ ਨਵਿਆਉਣਯੋਗ ਸਰੋਤ ਜਿਹੜੇ ਨੇ ਬਿਜਲੀ ਦੇ, ਉਹ ਹੈ ਵਿੰਡ ਮਿਲ, ਜਿੱਥੇ ਹਵਾ ਨਾਲ ਜਿਹੜੀਆਂ ਚੱਕੀਆਂ ਲਾ ਕੇ ਜਿਹੜਾ ਪਾਣੀ ਉੱਥੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਜੀ। ਹਾਈਡਲ ਪ੍ਰੋਜੈਕਟ ਨੇ, ਤੇ ਜਾਂ ਫਿਰ ਸੋਲਰ ਐਨਰਜੀ ਆ। ਅਜੇ ਤੱਕ ਇਸ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਡਿਪੈਂਡੈਂਸੀ ਸਾਡੀ ਹੋ ਨਹੀਂ ਸਕਣੀ, ਕਿਉਂਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਤਕਨੀਕ ਨੂੰ ਅਜੇ ਵਿਕਸਿਤ ਹੋਣ ਦੀ ਲੋੜ ਹੈ ਤੇ ਸਮਾਂ ਬਹੁਤ ਲੱਗੇਗਾ। ਸ਼ਾਰਟ ਟਰਮ ਸੋਲੂਸ਼ਨ ਕੋਈ ਆ, ਅਗਲੇ 5-10 ਸਾਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਕੋਈ ਕੰਮ ਕਰ ਲੈਂਦੀ ਹੈ ਠੋਸ, ਤੇ ਫਿਰ ਸ਼ਾਇਦ ਮਾਮਲੇ 'ਚ ਫਾਇਦਾ ਹੋ ਸਕਦਾ। ਪਰ ਅਜੇ ਅਗਲੇ 2-3 ਮਹੀਨੇ ਸਾਡੇ ਲਈ ਬਹੁਤ ਅਹਿਮ ਹੈ। ਇੱਕੋ ਹੀ ਗੱਲ ਇਸ ਦੇ ਵਿੱਚ ਚੰਗੀ ਹੈ, ਉਹ ਇਹ ਹੈ ਕਿ ਸਿਆਲ ਆ ਰਿਹਾ ਹੈ ਭਾਰਤ ਦੇ ਵਿੱਚ, ਤੇ ਬਿਜਲੀ ਦੀ ਖਪਤ ਵੈਸੇ ਹੀ ਥੋੜ੍ਹੀ ਜਿਹੀ ਘਟ ਰਹੀ ਹੈ, ਤੇ ਮੌਨਸੂਨ ਵੀ ਜਾ ਚੁੱਕੀ ਹੈ, ਤੇ ਫਸਲਾਂ ਵਾਸਤੇ ਵੀ ਜਿਹੜੀ ਬਿਜਲੀ ਦੀ ਲੋੜ ਹੈ ਉਹ ਘੱਟ ਹੋਵੇਗੀ ਜੀ। ਪਤਾ ਨਹੀਂ ਲੱਗਦਾ ਕਿ ਸਰਕਾਰ ਇੰਨੀ ਅਵੇਸਲੀ ਕਿੱਦਾਂ ਹੋ ਸਕਦੀ ਹੈ, ਜਦਕਿ 90% ਬਿਜਲੀ ਪਲਾਂਟਸ ਜਿਹੜੇ ਨੇ ਸਾਡੇ ਕੋਲੇ ਦੇ ਨਾਲ ਚੱਲਦੇ ਨੇ ਜੀ। ਦੇਖੋ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਗੱਲ ਚੱਲੀ ਸੀ ਕਿ ਨਿਊਕਲੀਅਰ ਸਮਝੌਤੇ ਹੋ ਰਹੇ ਨੇ ਅਮਰੀਕਾ ਨਾਲ, ਤੇ ਨਿਊਕਲੀਅਰ ਪਲਾਂਟ ਲੱਗਣਗੇ। ਉਹ ਅਜੇ ਤੱਕ ਕਿਉਂ ਨਹੀਂ ਲੱਗੇ, ਸ਼ੁਰੂ ਕਿਉਂ ਨਹੀਂ ਹੋਏ? ਨਿਊਕਲੀਅਰ ਫਿਊਰ ਕਿੰਨਾ ਆਇਆ, ਰਿਐਕਟਰ ਕਿੱਥੇ ਲੱਗੇ ਨੇ, ਕੋਈ ਜਾਣਕਾਰੀ ਜੀ। ਕੁਲਦੀਪ ਜੀ, ਜੇ ਜਾਂਦੇ ਜਾਂਦੇ ਗੱਲ ਵਿਨਾਇਕ ਦਮੋਦਰ ਸਾਵਰਕਰ ਦੀ ਕਰੀਏ, ਜਿਨ੍ਹਾਂ ਨੂੰ ਕੁਝ ਲੋਕ ਹੀਰੋ ਕਹਿੰਦੇ ਨੇ ਤੇ ਕੁਝ ਲੋਕ ਕਾਇਰ ਕਹਿੰਦੇ ਨੇ, ਉਹਨਾਂ ਦੇ ਮਾਫੀਨਾਮਿਆਂ ਬਾਰੇ ਸਰਕਾਰ ਕੀ ਮੰਨਦੀ ਹੈ? ਇੱਕ ਕਿਤਾਬ ਲਿਖੀ ਗਈ ਹੈ, ਉਸ ਆਥਰ ਨੇ ਕਈ ਬੜੀਆਂ ਇੰਟਰਸਟਿੰਗ ਗੱਲਾਂ ਬਾਅਦ ਵਿੱਚ ਵੀ ਕੀਤੀਆਂ ਨੇ ਜੀ। ਕਿਤਾਬ ਦਾ ਨਾਮ ਹੈ ਦ RSS ਆਈਕਨਸ ਆਫ ਦ ਇੰਡੀਆ ਰਾਈਟ। ਹੁਣ ਸਾਵਰਕਰ ਜਿਹੜੇ ਨੇ ਕਹਿੰਦੇ ਨੇ ਕਿ 1906 ਦੇ ਵਿੱਚ ਲੰਡਨ ਦੇ ਵਿੱਚ ਇੱਕ ਕਮਰੇ ਦੇ ਵਿੱਚ ਆਪਣਾ ਖਾਣਾ ਤਿਆਰ ਕਰ ਰਹੇ ਨੇ, ਜਿਸ ਦੇ ਵਿੱਚ ਕੁਝ ਖਾਸ ਕਿਸਮ ਦੀ ਮੱਛੀ ਉਹ ਬਣਾ ਰਹੇ ਨੇ, ਫਰਾਈ ਕਰ ਰਹੇ ਨੇ ਜੀ। ਤੇ ਉਹਨਾਂ ਨੂੰ ਕੋਈ ਮਿਲਣ ਆਉਂਦਾ ਹੈ। ਮਿਲਣ ਆਇਆ ਵਿਅਕਤੀ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਦੇਖ ਭਾਈ,
ਮੈਂ ਵੀ ਚਾਹੁੰਦਾ ਕਿ ਭਾਰਤ ਆਜ਼ਾਦ ਹੋਵੇ, ਪਰ ਤੇਰਾ ਜਿਹੜਾ ਤਰੀਕਾ ਹੈ ਨਾ ਥੋੜ੍ਹਾ ਜਿਹਾ ਉਹ ਗਰਮ ਹੈ, ਤੇ ਤੂੰ ਹਿਸਾਬ ਨਾਲ ਚੱਲ, ਮੈਂ ਸੱਤਿਆਗ੍ਰਹਿ ਚਲਾਉਣਾ ਚਾਹੁੰਦਾ ਤੇ ਮੇਰੀ ਮਦਦ ਕਰ। ਉਹ ਵਿਅਕਤੀ ਕੌਣ ਸੀ? ਮੋਹਨਦਾਸ ਕਰਮਚੰਦ ਗਾਂਧੀ। ਮਹਾਤਮਾ ਗਾਂਧੀ। ਉਦੋਂ ਮਹਾਤਮਾ ਗਾਂਧੀ ਨਹੀਂ ਸੀ, ਉਹ ਬਾਅਦ ਵਿੱਚ ਆ ਕੇ ਮਹਾਤਮਾ ਗਾਂਧੀ ਬਣਦੇ ਨੇ ਜੀ। ਦੱਖਣੀ ਅਫਰੀਕਾ ਦੇ ਵਿੱਚ ਤੇ ਹੋਰ ਜਗ੍ਹਾ ਤੇ ਉਹ ਰਹਿੰਦੇ ਹੋਏ ਉੱਥੇ ਉਹਨਾਂ ਨੂੰ ਮਿਲਦੇ ਸਨ। ਤੇ ਫਿਰ ਸਾਵਰਕਰ ਉਹਨਾਂ ਨੂੰ ਕਹਿੰਦੇ ਨੇ ਕਿ ਆਓ ਖਾਣਾ ਖਾਈਏ। ਜੀ। ਤੇ ਗਾਂਧੀ ਨੇ ਜਵਾਬ ਦਿੱਤਾ ਕਿ ਮੈਂ ਨਾਨ ਵੈਜ ਨਹੀਂ ਖਾਂਦਾ। ਤੇ ਉਹਨਾਂ ਨੇ ਕਿਹਾ ਕਿ ਨਾਨ ਵੈਜ ਖਾਂਦੇ ਨਹੀਂ ਤੇ ਲੜਨਾ ਤੁਸੀਂ ਅੰਗਰੇਜ਼ਾਂ ਨਾਲ ਹੈ, ਇਹ ਕਿਸ ਤਰ੍ਹਾਂ ਹੋਵੇਗਾ। ਖੈਰ ਗਾਂਧੀ ਉੱਥੇ ਕੁਛ ਦੇਰ ਬੈਠੇ, ਕੁਛ ਉਹਨਾਂ ਨੇ ਖਾਧਾ ਨਹੀਂ ਖਾਧਾ, ਪਰ ਉੱਥੋਂ ਵਾਪਸ ਆ ਗਏ। ਉਹ ਇੱਕ ਸਪੋਰਟ ਲੈਣ ਗਏ ਸੀ ਸਾਵਰਕਰ ਦੀ ਸੱਤਿਆਗ੍ਰਹਿ ਵਾਸਤੇ, ਉਹ ਸਪੋਰਟ ਉਹਨਾਂ ਨੂੰ ਨਹੀਂ ਮਿਲੀ। ਜੀ। ਉਸ ਤੋਂ ਬਾਅਦ ਸਾਵਰਕਰ ਤੇ ਉਹ ਆਪਣਾ ਕੰਮ ਕਰਦੇ ਰਹਿੰਦੇ ਨੇ, ਲੱਗੇ ਰਹਿੰਦੇ ਨੇ। ਇੱਕ ਕਲੈਕਟਰ ਦਾ ਕਤਲ ਹੁੰਦਾ ਹੈ ਮੁੰਬਈ ਦੇ ਵਿੱਚ, ਬੰਬੇ ਦੇ ਵਿੱਚ। ਕਲੈਕਟਰ ਦੇ ਕਤਲ ਕੇਸ ਦੇ ਵਿੱਚ ਸਾਵਰਕਰ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ ਉਸੇ ਕੇਸ ਦੇ ਵਿੱਚ ਸਾਵਰਕਰ ਨੂੰ ਖੁਦ ਵੀ ਜਿਹੜਾ ਉੱਤੇ ਦੋਸ਼ ਲਾਏ ਜਾਂਦੇ ਨੇ ਕਿ ਜਿਹੜੀ ਪਿਸਤੌਲ ਨਾਲ ਕਲੈਕਟਰ ਦਾ ਕਤਲ ਹੋਇਆ ਸੀ, ਇਹ ਉਸਨੇ ਲੰਡਨ ਤੋਂ ਆਪਣੇ ਭਰਾ ਨੂੰ ਭੇਜੀ ਸੀ। ਜਹਾਜ਼ ਵਿੱਚ ਗ੍ਰਿਫਤਾਰ ਕਰਕੇ ਉਸ ਨੂੰ ਭਾਰਤ ਲਿਆਂਦਾ ਜਾਂਦਾ ਹੈ। ਇੱਥੇ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਸਾਵਰਕਰ ਜਿੰਨੀ ਦੇਰ ਤੱਕ ਦੋਸ਼ ਨਹੀਂ ਲੱਗਦਾ ਉਹ ਲੰਡਨ ਦੇ ਵਿੱਚ ਹੀ ਸਨ, ਉੱਥੋਂ ਨਹੀਂ ਸੀ ਆਉਣ ਵਾਲੇ। ਸਮੁੰਦਰੀ ਜਹਾਜ਼ ਦੇ ਵਿੱਚ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਤੇ ਜਦੋਂ ਸਮੁੰਦਰੀ ਤੱਟ ਦੇ ਕੰਢੇ ਇਹ ਜਹਾਜ਼ ਜਿਹੜਾ ਹੈ ਪਹੁੰਚਦਾ ਹੈ, ਤੇ ਫਿਰ ਉਹ ਲੈਟਰਿਨ ਦੇ ਸੁਰਾਖ ਦੇ ਵਿੱਚੋਂ ਦੀ ਬਾਹਰ ਨਿਕਲ ਜਾਂਦੇ ਨੇ ਤੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੰਦੇ ਨੇ। ਸਮੁੰਦਰ 'ਚੋਂ ਛਾਲ ਮਾਰ ਕੇ ਜਦੋਂ ਬਾਹਰ ਨਿਕਲਦੇ ਨੇ ਥੋੜ੍ਹੀ ਦੂਰ, ਫਿਰ ਉਹਨਾਂ ਨੂੰ ਘੇਰ ਲਿਆ ਜਾਂਦਾ ਹੈ, ਫੜ ਲਿਆ ਜਾਂਦਾ ਹੈ। ਫੜ ਕੇ ਉਹਨਾਂ 'ਤੇ ਕੇਸ ਚੱਲਦਾ ਹੈ, ਸਜ਼ਾ ਹੁੰਦੀ ਹੈ। ਤੇ 1911 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਉਹਨਾਂ ਨੂੰ ਅੰਡੇਮਾਨ ਨਿਕੋਬਾਰ ਕਾਲੇ ਪਾਣੀ ਦੀ ਸਜ਼ਾ ਮਿਲ ਜਾਂਦੀ ਹੈ। ਦੋ ਉਹਨਾਂ ਨੂੰ ਸਜ਼ਾਵਾਂ ਵੱਖਰੀਆਂ ਮਿਲਦੀਆਂ ਨੇ। ਕਾਲੇ ਪਾਣੀ ਸੈਲੂਲਰ ਜੇਲ੍ਹ ਹੈ ਜੋ ਅੱਜ ਵੀ ਉੱਥੇ ਮੌਜੂਦ ਹੈ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਤੇ ਹੋਰ ਉਹਨਾਂ ਦੇ ਸਾਥੀ ਪੰਜਾਬੀ ਬਹੁਤ ਜਿਨ੍ਹਾਂ ਨੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਉੱਥੇ ਤਕਰੀਬਨ ਹਰ ਰੋਜ਼ ਇੱਕ ਜਾਂ ਦੋ ਵਿਅਕਤੀਆਂ ਨੂੰ ਫਾਂਸੀ ਦਿੱਤੀ ਜਾਂਦੀ ਸੀ ਉਸ ਜੇਲ੍ਹ ਦੇ ਵਿੱਚ। ਬਹੁਤ ਅਣਮਨੁੱਖੀ ਵਿਹਾਰ ਜਿਹੜਾ ਸੀ ਉਹ ਕੀਤਾ ਜਾਂਦਾ ਸੀ। ਅਜੇ ਵੀ ਕੰਧਾਂ 'ਤੇ ਲੱਗੀਆਂ ਹੋਈਆਂ ਪੱਕੀਆਂ ਕੜੀਆਂ ਜੋ ਉੱਚੀਆਂ ਰੱਖ ਕੇ ਲਾਈਆਂ ਗਈਆਂ ਨੇ, ਕੈਦੀਆਂ ਨੂੰ ਉੱਥੇ ਕੜੀ ਲਾ ਦਿੱਤੀ ਜਾਂਦੀ ਸੀ ਤੇ ਉਹ ਲੰਮਕ ਕੇ ਉੱਥੇ ਹੀ ਸੌਂਦੇ ਸੀ। ਉਹਨਾਂ ਨੂੰ ਥੱਲੇ ਵੀ ਬੈਠਣ ਦੀ ਇਜਾਜ਼ਤ ਨਹੀਂ ਸੀ। ਛੋਟੇ ਛੋਟੇ ਤਹਿਖਾਨਿਆਂ ਦੇ ਵਿੱਚ, ਛੋਟੇ ਛੋਟੇ ਕਮਰਿਆਂ ਦੇ ਵਿੱਚ ਉਹਨਾਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਸੀ। ਉਹਨਾਂ ਦਾ ਮਲ ਮੂਤਰ ਵੀ ਕਈ ਵਾਰ ਉਹਨਾਂ ਨੂੰ ਉੱਥੇ ਹੀ ਕਰਨਾ ਪੈਂਦਾ ਸੀ। ਤਸੀਹੇ ਬਹੁਤ ਭੈੜੀ ਕਿਸਮ ਦੇ ਦਿੱਤੇ ਜਾਂਦੇ ਸਨ। ਸਾਵਰਕਰ ਉੱਥੇ ਰਹਿੰਦੇ ਨੇ। ਜੁਲਾਈ ਮਹੀਨੇ 'ਚ ਉਹਨਾਂ ਨੂੰ ਸਜ਼ਾ ਹੁੰਦੀ ਹੈ ਤੇ ਅਗਸਤ ਦੇ ਵਿੱਚ ਉਹ ਪਹਿਲਾ ਮਾਫੀਨਾਮਾ ਭਾਰਤ ਸਰਕਾਰ ਨੂੰ ਲਿਖ ਦਿੰਦੇ ਨੇ ਕਿ ਮੈਨੂੰ ਮਾਫੀ ਚਾਹੀਦੀ ਹੈ, ਮੈਂ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਾਂਗਾ, ਮੈਨੂੰ ਮਾਫ ਕਰ ਦਿਓ, ਮੇਰੀ ਗਲਤੀ ਸੀ। ਉਹ ਅਗਲੇ ਕੁਝ ਸਾਲਾਂ ਤੱਕ ਨਜ਼ਰਬੰਦ ਰਹਿੰਦੇ ਨੇ ਤੇ 20-25 ਸਾਲ ਤੱਕ ਅਗਲੇ ਉਹ ਅੰਗਰੇਜ਼ ਸਰਕਾਰ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੈਦੀ ਰਹਿੰਦੇ ਨੇ। ਕਿਤੇ ਉਹਨਾਂ ਨੂੰ ਥੋੜ੍ਹੀ ਬਹੁਤੀ ਖੁੱਲ੍ਹ ਮਿਲ ਜਾਂਦੀ ਤੇ ਕਿਤੇ ਨਹੀਂ ਮਿਲਦੀ। ਉਹ ਘੱਟੋ ਘੱਟ ਅਗਲੇ 9 ਸਾਲਾਂ 'ਚ 6 ਲੰਬੇ ਚੌੜੇ ਮੁਆਫੀਨਾਮੇ ਜਿਹੜੇ ਅੰਗਰੇਜ਼ ਸਰਕਾਰ ਨੂੰ ਲਿਖ ਕੇ ਦਿੰਦੇ ਨੇ ਕਿ ਮੈਨੂੰ ਮੁਆਫ ਕਰ ਦਿਓ। ਤੇ ਉੱਥੇ ਦੇ ਹਾਲਾਤ ਜਿਹੜੇ ਨੇ, ਕੁਛ ਲੇਖਕਾਂ ਨੇ ਤਾਂ ਇਹ ਵੀ ਲਿਖਿਆ ਕਿ ਜਿਸ ਜਗ੍ਹਾ 'ਤੇ ਰੋਜ਼ ਇੱਕ ਜਾਂ ਦੋ ਉੱਥੇ ਵਿਅਕਤੀਆਂ ਨੂੰ ਫਾਂਸੀ ਦਿੱਤੀ ਜਾਂਦੀ ਸੀ, ਸ਼ਹੀਦ ਕੀਤਾ ਜਾਂਦਾ ਸੀ, ਉਹਨਾਂ ਦੇ ਕਮਰੇ ਦੇ ਤਹਿਖਾਨੇ ਦੇ ਬਿਲਕੁਲ ਥੱਲੇ ਸੀ ਜਾਂ ਉੱਪਰ ਸੀ। ਉਹ ਰੋਜ਼ ਦੇਖਦੇ ਸੀ ਤੇ ਸ਼ਾਇਦ ਘਬਰਾ ਗਏ ਹੋਣ ਕਿ ਮੈਂ ਮਰਨਾ ਥੋੜ੍ਹਾ। ਸਾਵਰਕਰ ਉੱਥੋਂ ਨਿਕਲਦੇ ਨੇ ਤੇ ਫਿਰ ਜਾ ਕੇ ਕਹਿੰਦੇ ਨੇ ਕਿ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜੀਵਨ ਹੈ, ਜਿੰਨਾ ਉਹ ਅੰਗਰੇਜ਼ ਦੇ ਵਿਰੁੱਧ ਸੀ ਪਹਿਲਾਂ, ਉਹਨਾਂ ਪੱਖੀ ਸਾਬਤ ਹੁੰਦਾ ਹੈ। 1948 ਦੇ ਵਿੱਚ ਘਟਨਾਕ੍ਰਮ ਜਦੋਂ ਚੱਲਦਾ ਹੈ ਤੇ 47 'ਚ ਭਾਰਤ ਆਜ਼ਾਦ ਹੁੰਦਾ, 48 'ਚ ਮਹਾਤਮਾ ਗਾਂਧੀ ਦਾ ਕਤਲ ਹੋ ਜਾਂਦਾ ਹੈ। ਤੇ ਥੋੜ੍ਹੇ ਚਿਰ ਬਾਅਦ ਹੀ ਸਾਵਰਕਰ ਨੂੰ ਮਹਾਤਮਾ ਗਾਂਧੀ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ। 1 ਸਾਲ ਬਾਅਦ ਉਹ ਬਰੀ ਹੋ ਜਾਂਦੇ ਨੇ, ਪਰ ਕੁਝ ਰਿਪੋਰਟਾਂ ਜਿਹੜੀਆਂ ਜਾਂਚ ਕਮਿਸ਼ਨ ਬਿਠਾਏ ਗਏ ਉਹਨਾਂ ਵਿੱਚੋਂ ਸਟਿਲ ਹੱਲੇ ਵੀ ਉਹਨਾਂ ਦੇ ਵਿਰੁੱਧ ਹਨ। ਪਰ ਸਾਵਰਕਰ ਜਿਹੜੇ ਨੇ ਇੱਕ ਖਾਸ ਗਰੁੱਪ ਦੇ ਵਿਅਕਤੀ ਨੇ। ਭਾਜਪਾ, RSS, ਜਨ ਸੰਘ, ਇਹਨਾਂ ਦੇ ਨਾਲ ਉਹਨਾਂ ਦੀ ਸਾਂਝ ਕਿਸੇ ਤੋਂ ਲੁਕੀ ਛਿਪੀ ਨਹੀਂ। ਮਹਾਤਮਾ ਗਾਂਧੀ ਦੇ ਨਾਲ, ਜਿਹਨੂੰ ਹਿੰਦੀ 'ਚ 36 ਦਾ ਅੰਕੜਾ ਕਹਿ ਦਿੰਦੇ ਨੇ, ਉਹ ਵੀ ਲੁਕਿਆ ਛਿਪਿਆ ਨਹੀਂ। ਉਸ ਦੇ ਕਤਲ ਕੇਸ ਵਿੱਚ ਸਾਵਰਕਰ ਤੇ ਦੋਸ਼ ਲੱਗਣੇ ਤੇ ਕੇਸ ਚੱਲਣਾ ਇਹ ਸਾਰਿਆਂ ਨੂੰ ਪਤਾ ਹੈ। ਮੁਆਫੀਨਾਮੇ ਦਾ ਵੀ ਪਤਾ ਹੈ। ਅਜੇ ਤੱਕ ਕਈ ਲੋਕ ਬਹਿਸ ਕਰਦੇ ਸੀ ਕਿ ਸਾਵਰਕਰ ਨੇ ਤੇ ਮੁਆਫੀਨਾਮੇ ਕੋਈ ਨਹੀਂ ਲਿਖੇ, ਤੁਸੀਂ ਕਿਉਂ ਬਦਨਾਮ ਕਰਦੇ ਹੋ ਉਸ ਨੂੰ? ਉਹ ਤੇ ਕ੍ਰਾਂਤੀਕਾਰੀ ਸੀ, ਆਗੂ ਸੀ, ਉਹ ਕੋਈ ਇਸ ਤਰ੍ਹਾਂ ਦਾ ਸੀ, ਮੁਆਫੀ ਮੰਗਣ ਵਾਲਾ ਸੀ। ਫਿਰ ਜਦੋਂ ਰੌਲਾ ਪੈ ਗਿਆ ਕਿ ਮੁਆਫੀਨਾਮੇ ਤਾਂ ਲਿਖੇ ਸਨ, ਫਿਰ ਕਹਿੰਦੇ ਮੁਆਫੀਨਾਮੇ ਤਾਂ ਲਿਖੇ ਸੀ, ਇਹ ਤਾਂ ਪਲਾਨ ਸੀ, ਉਸ ਦੀ ਚਾਲ ਸੀ ਕਿ ਮੈਂ ਅੰਗਰੇਜ਼ ਨੂੰ ਕਿਸ ਤਰ੍ਹਾਂ ਭਰਮਾਲਵਾਂ ਤੇ ਫਿਰ ਆਪਣੇ ਆਜ਼ਾਦੀ ਲਈ ਕੰਮ ਕਰਾਂ। ਇਹ ਵੀ ਸਫਾਈਆਂ ਦਿੱਤੀਆਂ ਗਈਆਂ। ਪਰ ਸਾਡੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਿਹੜੀ ਸਫਾਈ ਦਿੱਤੀ ਹੈ, ਉਹ ਸੁਣ ਕੇ ਪੜ੍ਹ ਕੇ ਹੈਰਾਨਗੀ ਹੁੰਦੀ ਹੈ। ਉਹ ਕਹਿੰਦੇ ਨੇ
ਕਿ ਸਾਵਰਕਰ ਇੱਕ ਸਾਡਾ ਹੀਰੋ ਸੀ ਜਿਸ ਨੇ ਆਜ਼ਾਦੀ ਅੰਦੋਲਨ 'ਚ ਵੱਡਾ ਹਿੱਸਾ ਪਾਇਆ ਤੇ ਮਹਾਤਮਾ ਗਾਂਧੀ ਨੇ ਖੁਦ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਮਾਫੀਨਾਮੇ ਦੀਆਂ ਚਿੱਠੀਆਂ ਲਿਖਣ ਲਈ ਆਖਿਆ ਸੀ। ਮਹਾਤਮਾ ਗਾਂਧੀ ਉਹਨਾਂ ਨੂੰ ਕਿੱਥੇ ਮਿਲੇ, ਕਦੋਂ ਮਿਲੇ ਤੇ ਕਿੱਥੇ ਮਿਲਦੇ ਰਹੇ, ਇਸ ਗੱਲ ਦਾ ਕੋਈ ਉਹਨਾਂ ਨੇ ਜ਼ਿਕਰ ਨਹੀਂ ਕੀਤਾ, ਪਰ ਬਹਿਸ ਇਸ ਨਾਲ ਛਿੜ ਗਈ ਹੈ ਜੀ। ਮਹਾਤਮਾ ਗਾਂਧੀ ਕਿਸ ਨੂੰ ਉਹਨੂੰ ਇਦਾਂ ਕੀ ਕਹਿ ਸਕਦੇ ਸੀ ਤੇ ਕੀ ਉਹਦੇ ਕਹਿਣ ਤੇ ਉਹ ਇਸ ਤਰ੍ਹਾਂ ਚਿੱਠੀਆਂ ਲਿਖੇਗਾ ਕਿ ਮੈਂ ਗੁਨਾਹ ਕੀਤੇ ਨੇ, ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਾਂਗਾ ਜੀ। ਇਹ ਹੁਣ ਕੀ ਉਹ ਚਿੱਠੀਆਂ ਵੀ ਜਨਤਕ ਹੋਣਗੀਆਂ, ਕਿਤੇ ਹਾਨੋਂ ਪਈਆਂ? ਇਸ ਗੱਲ ਦਾ ਜਵਾਬ ਸ਼ਾਇਦ ਕਿਸੇ ਕੋਲ ਨਾ ਹੋਵੇ, ਪਰ ਸਾਵਰਕਰ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਅਜੇ ਵੀ ਕੀਤੀ ਜਾ ਰਹੀ ਹੈ। ਜਦੋਂ 2014 ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਕੇ ਆਉਂਦੇ ਨੇ ਤੇ ਸਾਵਰਕਰ ਦੀ ਫੋਟੋ ਨੂੰ ਜਾ ਕੇ ਨਮਸਕਾਰ ਕਰਦੇ ਨੇ ਪਾਰਲੀਮੈਂਟ ਦੇ ਵਿੱਚ, ਉੱਥੇ ਦੇਖਣ ਵਾਲੇ ਜਿਹੜੇ ਲੋਕ ਨੇ ਉਹ ਦੱਸਦੇ ਨੇ ਕਿ ਮਹਾਤਮਾ ਗਾਂਧੀ ਦੀ ਜਿਸ ਜਗ੍ਹਾ ਤੇ ਪਾਰਲੀਮੈਂਟ ਦੇ ਵਿੱਚ ਫੋਟੋ ਲੱਗੀ ਹੋਈ ਹੈ ਗੈਲਰੀ ਦੇ ਵਿੱਚ, ਉਸ ਦੇ ਬਿਲਕੁਲ ਸਾਹਮਣੇ ਸਾਵਰਕਰ ਦੀ ਫੋਟੋ ਲੱਗੀ ਹੋਈ ਹੈ ਦੂਜੇ ਪਾਸੇ। ਜਦੋਂ ਸਾਵਰਕਰ ਵੱਲ ਨੂੰ ਪਿੱਠ ਕਰਦੇ ਹੋ ਤੇ ਮਹਾਤਮਾ ਗਾਂਧੀ ਵੱਲ ਨੂੰ ਮੂੰਹ ਹੋ ਜਾਂਦਾ ਹੈ, ਜਦੋਂ ਸਾਵਰਕਰ ਵੱਲ ਨੂੰ ਮੂੰਹ ਕਰਦੇ ਹੋ ਤੇ ਮਹਾਤਮਾ ਗਾਂਧੀ ਵੱਲ ਨੂੰ ਪਿੱਠ ਹੋ ਜਾਂਦੀ ਹੈ। ਵਿਚਾਰਧਾਰਕ ਤੌਰ ਤੇ ਦੋਵੇਂ ਉਲਟ ਸਨ ਤੇ ਇਸ ਤਰ੍ਹਾਂ ਸਾਵਰਕਰ ਨੂੰ ਹੀਰੋ ਸਾਬਤ ਕਰਕੇ ਲੈਣਾ ਕੀ ਹੈ? ਇਸ ਦਾ ਜਵਾਬ ਰਾਜਨਾਥ ਸਿੰਘ ਤੇ ਭਾਜਪਾ ਵਾਲੇ ਦੇ ਸਕਦੇ ਨੇ। ਸਾਵਰਕਰ ਨੂੰ ਵੱਡਾ ਹੀਰੋ ਬਣਾਉਣ ਦੀਆਂ ਕੋਸ਼ਿਸ਼ਾਂ ਅੱਜ ਤੋਂ ਨਹੀਂ ਪਹਿਲਾਂ ਤੋਂ ਹੋ ਰਹੀਆਂ ਨੇ, ਇਸ ਬਾਰੇ ਬਹਿਸ ਹੁਣ ਚੱਲੇਗੀ ਜੀ। ਵਾਜਪਾਈ ਸਾਹਿਬ ਨੇ ਉਹਨਾਂ ਨੂੰ ਨੋਮੀਨੇਟ ਕਰ ਦਿੱਤਾ ਸੀ, ਰਾਸ਼ਟਰਪਤੀ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਤੁਸੀਂ ਇਸ ਨੂੰ ਭਾਰਤ ਰਤਨ ਦੇ ਦਿਓ, ਪਰ ਉਹਨਾਂ ਨੇ ਨਾ ਕਰ ਦਿੱਤੀ ਸੀ, ਉਦੋਂ ਵੀ ਰੌਲਾ ਪਿਆ ਸੀ। ਪਰ ਹੁਣ ਫਿਰ ਇਹ ਮੋੜ ਦੇ ਦਿੱਤਾ ਗਿਆ ਹੈ, ਗੱਲ ਨੂੰ ਇੱਕ ਹੋਰ ਰੰਗਤ ਦੇ ਦਿੱਤੀ ਗਈ ਹੈ ਤੇ ਇਹ ਦੇਖਦੇ ਹਾਂ ਕਿ ਰੰਗਤ ਇਹ ਸਿਆਸੀ ਹੈ ਜਾਂ ਇਸ ਨਾਲ ਕੁਝ ਹੱਲ ਜਾਂ ਕੋਈ ਅੰਕੜੇ ਜਾਂ ਕੁਝ ਸਾਡੇ ਸਾਹਮਣੇ ਕੋਈ ਰਿਜ਼ਲਟ ਨਿਕਲੇਗਾ ਜਾਂ ਨਹੀਂ। ਜੀ ਕੁਲਦੀਪ ਜੀ, ਪ੍ਰੋਗਰਾਮ ਨੂੰ ਇੱਥੇ ਸਮੇਟਣ ਦਾ ਵੇਲਾ ਹੋ ਗਿਆ। ਤੁਸੀਂ ਬੜੀ ਜਾਣਕਾਰੀ ਭਰਪੂਰ ਜਿਹੜੇ ਤੱਤ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।